ਸ਼ਖਸੀਅਤਾਂ ਨਾਲ ਮਿਲਾਨ ਜਾ ਰਹੇ ਹਾਂ। ਸਾਡੇ ਵਿਚਕਾਰ ਹਨ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਸ਼੍ਰੀ ਪ੍ਰਗਟ ਸਿੰਘ ਜੀ। ਔਨ ਮਾਈ ਲੈਫਟ, ਐਕਸਟ੍ਰੀਮ ਲੈਫਟ ਹਨ ਸਾਡੇ ਸਿੱਖਿਆ ਸਕੱਤਰ ਮਾਨਯੋਗ ਸ਼੍ਰੀ ਅਜੋਏ ਸ਼ਰਮਾ ਜੀ, ਐਂਡ ਟੂ ਮਾਈ ਵੈਰੀ ਕਲੋਜ਼ ਲੈਫਟ ਇਜ਼ ਸਾਡੇ DGSC ਸਰ, ਸਿੱਖਿਆ ਜਗਤ ਦੇ ਨਾਲ ਜੁੜੇ ਹੋਏ ਅਗੇਨ ਸ਼੍ਰੀ ਪ੍ਰਦੀਪ ਅਗਰਵਾਲ ਜੀ। ਸੋ ਬੱਚਿਓ, ਅੱਜ ਤੁਸੀਂ ਇਹ ਸੋਚ ਰਹੇ ਹੋਗੇ ਕਿ ਬੜਾ ਫੈਸਟੀਵਲ ਫੀਲ ਹੈ, ਅਸੀਂ ਇਸ ਮੌਕੇ ਕਿਉਂ ਇਕੱਠੇ ਹੋਏ ਹਾਂ। ਇਹੋ ਜਿਹੀਆਂ ਸ਼ਖਸੀਅਤਾਂ ਨਾਲ ਰੂਬਰੂ ਹੋਣ ਦਾ ਸਾਡਾ ਰੋਜ਼ ਮੌਕਾ ਨਹੀਂ ਮਿਲਦਾ। ਸੋ ਅਸੀਂ ਸੋਚਿਆ ਆਪਣੇ ਇਸ ਮਾਧਿਅਮ ਦੇ ਨਾਲ ਤੁਹਾਡੇ ਸਾਰੇ ਬੱਚਿਆਂ ਤੱਕ ਅਸੀਂ ਪਹੁੰਚ ਕੇ ਇੱਕ ਸੁਨੇਹਾ ਦਈਏ। ਸੋ ਵੈਸੇ ਤਾਂ ਮੈਂ ਬਹੁਤੇ ਸਮਾਂ ਨਾ ਲੈਂਦੇ ਹੋਏ ਸਿੱਧਾ ਹੀ ਆਪਣੇ ਮਾਨਯੋਗ ਸਿੱਖਿਆ ਮੰਤਰੀ ਜੀ ਨੂੰ ਬੇਨਤੀ ਕਰਾਂਗੀ। ਉਹਨਾਂ ਨੂੰ ਇਹ ਕਹਿਣਾ, ਉਹਨਾਂ ਨੂੰ ਇੰਟਰੋਡਿਊਸ ਕਰਾਉਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਸੋ ਸਰ, ਆਈ ਰਿਕੁਐਸਟ ਯੂ ਕਿ ਤੁਸੀਂ ਪਲੀਜ਼ ਆਪਣੀ ਲਾਈਫ ਜਰਨੀ ਸਾਡੇ ਬੱਚਿਆਂ ਨਾਲ ਸ਼ੇਅਰ ਕਰੋ ਕਿ ਤੁਸੀਂ ਕਿਵੇਂ ਸਟਾਰਟ ਕੀਤਾ, ਕਿਵੇਂ ਤੁਸੀਂ ਸਿੱਖਿਆ ਜਗਤ ਨਾਲ ਜੁੜੇ ਰਹੇ, ਤਾਂ ਕਿ ਉਹਨਾਂ ਚੀਜ਼ਾਂ ਤੋਂ ਇਨਸਪਾਇਰ ਹੋ ਕੇ ਸਾਡੇ ਬੱਚੇ ਖੇਡਾਂ ਨਾਲ ਜੁੜਨ ਅਤੇ ਐਜੂਕੇਸ਼ਨ ਦੇ ਨਾਲ ਜੁੜਨ ਔਰ ਤੁਹਾਡੇ ਇਸ ਸੁਨੇਹੇ ਨਾਲ ਮੋਟੀਵੇਟ ਹੋਣ। ਓਵਰ ਟੂ ਯੂ। ਪਿਆਰੇ ਬੱਚਿਓ, ਪ੍ਰਿੰਸੀਪਲ ਸਾਹਿਬਾਨ ਔਰ ਸਕੂਲਸ ਦੇ ਹੈਡ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਦਿੰਦਾ, ਕਿਉਂਕਿ ਆਪਾਂ ਇੱਕ ਉਸ ਪ੍ਰੋਫੈਸ਼ਨ ਨਾਲ ਜੁੜੇ ਹੋਏ ਆ ਜਿਹਦੇ ਨਾਲ ਇਨਸਾਨ ਦੀ ਜਿਹੜੀ ਪਰਸਨੈਲਿਟੀ ਆ ਉਹਦੇ ਵਿੱਚ ਨਿਖਾਰ ਆਉਂਦਾ, ਔਰ ਉਸ ਨਿਖਾਰ ਲਈ ਜਿਹੜੇ ਸਭ ਤੋਂ ਜ਼ਿੰਮੇਵਾਰ ਵਿਅਕਤੀ ਹੁੰਦੇ ਆ ਉਹ ਘਰ ਦੇ ਵਿੱਚ ਪੇਰੈਂਟਸ ਤੇ ਸਕੂਲ ਦੇ ਵਿੱਚ ਟੀਚਰਸ। ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਖਾਸ ਕਰਕੇ ਸ਼ੁਰੂਆਤੀ ਦੌਰ ਹੈ, ਪ੍ਰਾਇਮਰੀ ਤੋਂ ਲੈ ਕੇ ਤੇ ਹਾਇਰ ਸੈਕੰਡਰੀ ਤੱਕ ਤੇ ਉਹਦੇ ਉੱਤੋਂ ਅੱਗੇ ਜਿਹੜੀ ਸਾਡੀ ਜਿਹੜੀਆਂ ਹਾਇਰ ਐਜੂਕੇਸ਼ਨ ਦਾ, ਉਹਦੇ ਵਿੱਚ ਟੀਚਰ ਦਾ ਬਹੁਤ ਵੱਡਾ ਰੋਲ ਹੈ। ਔਰ ਇਦੋਂ ਪਹਿਲਾਂ ਕਿ ਮੈਂ ਉਹਦੇ ਤੇ ਗੱਲ ਸਟਾਰਟ ਕਰਾਂ, ਬੱਚਿਓ, ਪੋਲਿਊਸ਼ਨ ਜਿਹੜਾ ਉਹ ਦੁਨੀਆ ਦੀ ਬਹੁਤ ਵੱਡੀ ਇੱਕ ਸਮੱਸਿਆ ਬਣਦਾ ਜਾ ਰਿਹਾ। ਔਰ ਆਉਣ ਵਾਲੇ ਸਮੇਂ, ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਦੀਵਾਲੀ ਦਾ ਫੈਸਟੀਵਲ ਹੈ, ਆਪਾਂ ਸਾਰੇ ਮਨਾਉਣੇ ਆ, ਲੇਕਿਨ ਆਪਾਂ ਪੋਲਿਊਸ਼ਨ ਰਹਿਤ ਦੀਵਾਲੀ ਜਿਹੜੀ ਆ ਉਹ ਇਸ ਵਾਰੀ ਮਨਾਉਣੀ ਆ, ਤਾਂ ਕਿ ਜੋ ਹੋ ਰਿਹਾ ਆਪਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਨਾ ਕਰੀਏ, ਲੇਕਿਨ ਆਪਣੇ এনवायरमेंट ਨੂੰ ਕਲੀਨ ਤੇ ਗ੍ਰੀਨ ਬਣਾਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੋਣਾ ਚਾਹੀਦਾ। ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਕਈ ਵਾਰ ਲੋਕੀ ਸੋਚਦੇ ਆ ਕਿ ਸ਼ਾਇਦ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ, ਲੇਕਿਨ ਇੱਕ ਇੱਕ ਨਾਲ ਹੀ ਸਾਡਾ ਦੇਸ਼ 135 ਤੋਂ 140 ਕਰੋੜ ਦਾ ਦੇਸ਼ ਹੋ ਜਾਂਦਾ, ਔਰ ਸਾਡੀ ਸੁਸਾਇਟੀ ਵੀ ਜਿਹੜੀ ਆ ਉਹ ਸਾਡਾ ਦੇਸ਼ ਹੈ, ਸਾਡਾ ਪੰਜਾਬ ਹੈ, ਔਰ ਉਸ ਸੁਸਾਇਟੀ ਦੇ ਵਿੱਚ ਸਾਡਾ ਆਪਣਾ ਕੀ ਯੋਗਦਾਨ ਹੈ। ਅਸੀਂ ਹਮੇਸ਼ਾ ਕਈ ਵਾਰ ਇਹ ਸੋਚਦੇ ਹਾਂ ਕਿ ਇਹਨੇ ਮੇਰੇ ਲਈ ਕੀ ਕੀਤਾ, ਪਰ ਕਦੀ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਆਪਣੇ ਪੰਜਾਬ ਲਈ ਕੀ ਕੀਤਾ, ਅਸੀਂ ਆਪਣੇ ਦੇਸ਼ ਲਈ ਕੀ ਕੀਤਾ। ਕਿਉਂਕਿ ਜਿਹੜੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੇ ਟੀਚਰਸ ਪੜ੍ਹਾਉਂਦੇ ਆ, ਜਿਹੜੇ ਪ੍ਰਿੰਸੀਪਲਸ ਟੇਕ ਕੇਅਰ ਕਰਦੇ ਆ, ਜਿਹੜੇ ਹੈਡਸ ਤੁਹਾਨੂੰ ਐਜੂਕੇਟ ਕਰਦੇ ਆ, ਜਿਹੜੇ ਸਾਡੀਆਂ ਜਿਹੜੀਆਂ ਸਕੂਲ ਮੈਨੇਜਮੈਂਟ ਕਮੇਟੀਜ਼ ਹੈ, ਉਹਦੇ ਵਿੱਚ ਉਹਨਾਂ ਸਾਰਿਆਂ ਦਾ ਯੋਗਦਾਨ ਕਿਹਦੇ ਲਈ ਆ ਕਿ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ, ਸਾਡਾ ਜਿਹੜਾ ਬੱਚਾ ਆ, ਉਹ ਚੰਗੀ ਸੋਚ ਤੇ ਚੰਗੀ ਸਿਹਤ ਤੇ ਉਹਨੂੰ ਸਮੇਂ ਦਾ ਹਾਣੀ ਬਣਾਉਣਾ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਆ। ਔਰ ਉਹਦੇ ਲਈ ਲੇਕਿਨ ਜਿਹੜਾ ਬੱਚਾ ਆ ਉਹਦੀ ਵੀ ਜ਼ਿੰਮੇਵਾਰੀ ਆ ਕਿ ਆਪਾਂ ਸਾਰੇ ਰਲ ਕੇ, ਕਿਉਂਕਿ ਹਰ ਬੰਦੇ ਦੇ ਵਿੱਚ ਇੱਕ ਅਲੱਗ-ਅਲੱਗ ਕ੍ਰੀਏਟੀਵਿਟੀ ਆ, ਹਰ ਬੱਚੇ ਦੇ ਵਿੱਚ ਹਰ ਤਰ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਹੁਨਰ ਉਹਦੇ ਵਿੱਚ ਛੁਪਿਆ ਹੋਇਆ, ਔਰ ਉਸ ਹੁਨਰ ਦੇ ਵਿੱਚ ਅਸੀਂ ਵੱਧ ਚੜ੍ਹ ਕੇ ਕੰਮ ਕਰਨਾ। ਕਿਉਂਕਿ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਕੰਮ ਹੋਇਆ, ਚਾਹੇ ਉਹ ਸਾਇੰਸ ਦੀ ਫੀਲਡ ਹੈ, ਚਾਹੇ ਉਹ ਸਪੋਰਟਸ ਦੀ ਫੀਲਡ ਹੈ, ਚਾਹੇ ਇੰਜੀਨੀਅਰਿੰਗ ਦੀ ਫੀਲਡ ਹੈ, ਟੈਕਨੋਲੋਜੀ ਆ, ਕਿਉਂਕਿ ਅੱਜ ਕੱਲ੍ਹ ਦੁਨੀਆ ਬਹੁਤ ਛੋਟੀ ਹੋ ਗਈ। ਮੈਨੂੰ ਲੱਗਦਾ ਕਿ ਮੈਂ ਅੱਜ ਜਿੰਨੇ ਬੱਚਿਆਂ ਨਾਲ ਜੁੜਿਆ, ਤੇ ਜੇ ਇਹ ਟੈਕਨੋਲੋਜੀ ਨਾ ਹੋਵੇ ਤਾਂ ਸ਼ਾਇਦ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਸਰੇ ਦੇ ਰੂਬਰੂ ਹੋਣ ਦਾ ਮੌਕਾ ਨਾ ਮਿਲੇ। ਇਹ ਟੈਕਨੋਲੋਜੀ ਕਰਕੇ ਆ।
ਪਰ ਉਹ ਜਿਹੜਾ ਟੈਲੈਂਟ ਉਹ ਕਿਤੇੋਂ ਬੱਚਿਆਂ ਦੇ ਵਿੱਚ ਆਇਆ ਹੈਗਾ, ਲੇਕਿਨ ਉਹਨੂੰ ਅਸੀਂ ਨਰਚਰ ਕਰਕੇ ਉਹਨੂੰ ਉਸ ਅਖੀਰ ਤੱਕ ਲੈ ਕੇ ਜਾਣਾ ਜਿੱਥੇ ਉਹਦੀ ਮੈਕਸਿਮਮ ਜਿਹੜੀ ਯੂਟਿਲਾਈਜੇਸ਼ਨ ਹੈਗੀ ਆ, ਮੈਕਸਿਮਮ ਉਹ ਆਪਣੀ ਰੋਜ਼ੀ ਰੋਟੀ ਵੀ ਕਮਾ ਸਕੇ, ਲੇਕਿਨ ਸਮਾਜ ਨੂੰ ਉਹਦੀ ਕੰਟਰੀਬਿਊਸ਼ਨ ਵੀ ਹੋ ਸਕੇ। ਔਰ ਇਸੇ ਕਰਕੇ ਇਹ ਜਿਹੜੇ ਐਜੂਕੇਸ਼ਨ ਦਾ ਮਹਿਕਮਾ ਆ, ਸੱਚੀ ਗੱਲ ਤਾਂ ਇਹ ਆ ਕਿ ਮੈਂ ਇਹ ਮੰਗ ਕੇ ਲਿਆ, ਇਸ ਕਰਕੇ ਲਿਆ ਕਿ ਜਿਹੜੇ ਸਾਡੀਆਂ ਸੜਕਾਂ ਚਾਰ ਘੱਟ ਬਣ ਜਾਣਗੀਆਂ ਕੋਈ ਗੱਲ ਨਹੀਂ, ਲੇਕਿਨ ਜਿਹੜੇ ਸਾਡੇ ਬੱਚੇ ਆ ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੀ ਨਰੋਈ ਸਿਹਤ ਜਿਹੜੀ ਆ, ਉਹ ਦੋਨਾਂ ਦਾ ਕੰਬੀਨੇਸ਼ਨ ਹੈ। ਦੁਨੀਆ ਦੇ ਉੱਤੇ ਮੈਨੂੰ ਕਿਉਂਕਿ ਖੇਡਾਂ ਕਰਕੇ ਦੁਨੀਆ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਖੈਰ ਇਹ ਬਹੁਤ ਹੁਣ ਪੁਰਾਣੀ ਗੱਲ ਹੈ, ਸ਼ਾਇਦ ਤੁਹਾਨੂੰ ਬੱਚਿਆਂ ਨੂੰ ਇਸ ਗੱਲ ਦਾ ਸ਼ਾਇਦ ਅਹਿਸਾਸ ਵੀ ਨਾ ਹੋਵੇ ਕਿ ਪਹਿਲਾਂ ਫੱਟੀ ਹੁੰਦੀ ਸੀਗੀ ਤੇ ਉਹਦੇ ਤੇ ਅਸੀਂ ਉਹਨੂੰ ਗਾਚਣੀ ਲਾ ਕੇ ਤੇ ਉਹਦੇ ਤੇ ਲਿਖਦੇ ਹੁੰਦੇ ਸੀ, ਔਰ ਨਾਲ ਅਸੀਂ ਆਪਣੇ ਘਰੋਂ ਇੱਕ ਜਿਹੜੀ ਆ ਬੋਰੀ ਬਹਿਣ ਲਈ ਲੈ ਕੇ ਜਾਂਦੇ ਸੀ। ਔਰ ਮੈਨੂੰ ਯਾਦ ਹੈ ਕਿ ਪ੍ਰਾਇਮਰੀ ਤੋਂ ਬਾਅਦ ਹੀ ਜਿਹੜੇ ਟਾਟ ਆ ਉਹ ਸਰਕਾਰੀ ਤੌਰ ਤੇ ਆਏ ਆ, ਔਰ ਉਹਦੇ ਨਾਲ ਨਾਲ ਕਿਉਂਕਿ ਖੇਡਾਂ ਦਾ ਵੀ ਸ਼ੌਕ ਸੀ, ਜਿੰਨੇ ਸਾਡੇ ਫਿਜ਼ੀਕਲ ਐਜੂਕੇਸ਼ਨ ਟੀਚਰ ਸੀ ਉਹ ਹਮੇਸ਼ਾ ਸਾਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀ, ਔਰ ਉਸ ਖੇਡ ਦੇ ਵਿੱਚ ਲਗਭਗ ਸਾਰਾ ਪਿੰਡ ਵੀ ਕਿਤੇ ਨਾ ਕਿਤੇ ਇਨਵੋਲਵ ਹੁੰਦਾ ਸੀ। ਔਰ ਉਹ ਜਿਹੜੀ ਮੋਟੀਵੇਸ਼ਨ ਮਿਲਦੀ ਸੀ, ਮੇਰਾ ਖਿਆਲ ਹੈ ਕਿ ਉਹਨੇ ਸਾਨੂੰ ਹੌਲੀ ਹੌਲੀ ਜਿਹੜਾ ਅਗਲੀ ਸਟੇਜ ਤੇ ਜਿਹੜਾ ਉਹ ਜਾਣ ਦਾ ਮੌਕਾ ਮਿਲਿਆ। ਔਰ ਕਿਉਂਕਿ ਮੇਰੇ ਅੱਜ ਵੀ ਜਿਹੜੇ ਕੁਝ ਜਿਹੜੇ ਮੇਰੇ ਨਾਲ ਦੇ ਸਟੂਡੈਂਟ ਆ ਉਹ 17-18 ਹੈਗੇ ਆ, ਤੇ ਮੈਂ ਸਾਲ ਦੇ ਵਿੱਚ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਇਕੱਠਾ ਕਰਦਾ ਹੁੰਦਾ। ਉਹ ਇਸ ਕਰਕੇ ਕਰਦਾ ਹੁੰਦਾ ਕਿ ਅਸੀਂ ਇੱਕ ਟਾਟ ਤੇ ਬਹਿੰਦੇ ਸੀ, ਲੇਕਿਨ ਇਹ ਐਜੂਕੇਸ਼ਨ ਸੀ ਤੇ ਨਾਲ ਸਪੋਰਟਸ ਸੀ, ਜਿਹਦੇ ਕਰਕੇ ਜਿਹੜਾ ਉਹ ਇਸ ਲੈਵਲ ਦੀ ਜਿਹੜੀ ਅਚੀਵਮੈਂਟ ਹੋਈ ਆ। ਔਰ ਉਹ ਵੀ ਮੈਨੂੰ ਇਹ ਕੋਈ ਸੰਗ ਨਹੀਂ ਹੈ ਕਿ ਇੱਕ ਮੇਰਾ ਜਿਹੜਾ ਨਾਲ ਦਾ ਸਾਥੀ ਆ ਉਹਦੀ ਸਕੂਟਰਾਂ ਦੀ ਦੁਕਾਨ ਹੈ, ਇੱਕ ਸਾਥੀ ਦੀ ਉਹ ਚੱਕੀ ਉਹਨੇ ਲਾਈ ਹੈਗੀ, ਉਹ ਜਿਹੜਾ ਆਟਾ ਪੀਣ ਦਾ ਕੰਮ ਕਰਦਾ। ਪਰ ਜਿਹੜੀ ਮਿਹਨਤ ਆ ਔਰ ਜਿਹੜੀ ਖਾਸ ਕਰਕੇ ਅੱਜ ਦੇ ਜ਼ਮਾਨੇ ਦੇ ਵਿੱਚ ਐਜੂਕੇਸ਼ਨ ਆ, ਉਹਦੇ ਤੇ ਆਪਾਂ ਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ, ਲੇਕਿਨ ਨਾਲ ਸਾਨੂੰ ਸਿਹਤ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਕਿਉਂਕਿ ਬੱਚੋ ਅਸੀਂ ਕਈ ਵਾਰੀ ਜਿਹੜੇ ਟੀਵੀ ਚੈਨਲ ਹੈ ਇਹ ਕਮਰਸ਼ੀਅਲ ਜ਼ਿਆਦਾ ਆ ਲੇਕਿਨ ਐਜੂਕੇਟਿਵ ਘੱਟ ਹੈ। ਇਹਦੇ ਵਿੱਚੋਂ ਅੱਜ ਕਿਉਂਕਿ ਟੈਕਨੋਲੋਜੀ ਨੇ ਤੁਹਾਨੂੰ ਬਹੁਤ ਕੁਝ ਨੇੜੇ ਲਿਆ ਕੇ ਦਿਖਾ ਦਿੱਤਾ। ਸਾਡੇ ਸਮੇਂ ਦੇ ਵਿੱਚ ਹੁੰਦਾ ਸੀ, ਸਾਡੇ ਪੇਰੈਂਟਸ ਇਹ ਕਹਿ ਦਿੰਦੇ ਹੁੰਦੇ ਸੀ ਵੀ ਇਹ ਤੇਰੇ ਸੋਚਣ ਵਾਲੀ ਜਾਂ ਤੇਰੇ ਸੁਣਨ ਵਾਲੀ ਗੱਲ ਨਹੀਂ ਹੈ, ਲੇਕਿਨ ਅੱਜ ਇੱਕ ਵੱਖਰਾ ਦੌਰ ਹੈ। ਪਿਛਲੇ 500 ਸਾਲਾਂ 'ਚ ਉਨੀ ਟਰਾਂਸਫਾਰਮੇਸ਼ਨ ਨਹੀਂ ਹੋਈ ਜਿੰਨੇ ਪਿਛਲੇ 25-30 ਸਾਲਾਂ ਦੇ ਵਿੱਚ ਹੋਈ ਆ, ਕਿਉਂਕਿ ਇੱਕ ਨਵੀਂ ਸੋਚ ਜਿਹੜੀ ਦੇਤੀ। ਔਰ ਉਸ ਸੋਚ ਤੇ ਸਾਨੂੰ ਕੰਮ ਕਰਦੇ ਹੋਏ ਪਹਿਲਾਂ ਤਾਂ ਇਹ ਆਇਡੈਂਟੀਫਾਈ ਕਰਨਾ ਕਿ ਸਾਡੇ ਲਈ, ਸਾਡੇ ਸਮਾਜ ਲਈ, ਸਾਡੇ ਪੰਜਾਬ ਲਈ ਕਿਹੜੀ ਚੀਜ਼ ਚੰਗੀ ਆ ਤੇ ਕਿਹੜੀ ਮਾੜੀ ਆ। ਤੁਹਾਡੇ ਸਾਹਮਣੇ ਸਾਰੀਆਂ ਹੋਣਗੀਆਂ, ਲੇਕਿਨ ਚੰਗੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ ਔਰ ਮਾੜੀ ਜਿਹੜੀ ਆ ਉਹਨੂੰ ਆਪਾਂ ਛੱਡ ਦਈਏ, ਕਿਉਂਕਿ ਉਹ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ। ਕਿਉਂਕਿ ਇਹ ਜਿਹੜੀ ਟੈਕਨੋਲੋਜੀ ਆ, ਜਿੱਥੇ ਇਹਨੇ ਚੰਗੇ ਕੰਮ ਕੀਤੇ ਆ ਉੱਥੇ ਮਾੜੇ ਵੀ ਬਹੁਤ ਕੀਤੇ ਆ, ਕਿਉਂਕਿ ਇਹ ਤੁਹਾਡੇ ਈਵਨ ਕਿ ਮਾਈਂਡ ਤੱਕ ਵੀ ਕਿਤੇ ਨਾ ਕਿਤੇ ਤੁਹਾਡੇ ਮੈਸੇਜ ਕਰਦੀ ਆ। ਕਿਉਂਕਿ ਜਦੋਂ ਵੀ ਤੁਸੀਂ ਕਿਸੇ ਤਰ੍ਹਾਂ ਦੀ ਨੋਟੀਫਿਕੇਸ਼ਨ ਨੂੰ ਟੱਚ ਕਰਦੇ ਆ ਟੈਕਨੋਲੋਜੀ ਦੇ ਵਿੱਚ, ਤੇ ਉਹੋ ਜੀ ਟੈਕਨੋਲੋਜੀ ਜਿਹੜੀ ਉਹੋ ਜੀ ਨੋਟੀਫਿਕੇਸ਼ਨ ਆ ਆਟੋਮੈਟਿਕਲੀ ਤੁਹਾਡੇ ਵੱਲ ਨੂੰ ਆਉਣ ਲੱਗ ਪਈ। ਔਰ ਇਹਦਾ ਮਤਲਬ ਇਹ ਹੋਇਆ ਕਿ ਤੁਹਾਡੇ ਮਨ ਤੇ ਵੀ ਇਸ ਗੱਲ ਦਾ ਇਨਫਲੂਐਂਸ ਹੈ। ਚੰਗਾ ਇਨਫਲੂਐਂਸ ਲੈ ਲਓ, ਪਰ ਮਾੜਾ ਇਨਫਲੂਐਂਸ ਲੈਣ ਦੀ ਜ਼ਰੂਰਤ ਨਹੀਂ ਹੈ। ਔਰ ਉਹਦੇ ਨਾਲ ਖਾਸ ਕਰਕੇ ਖੇਡਾਂ ਦਾ, ਕਿਉਂਕਿ ਜਿਹੜੇ ਸਾਡੇ ਸੌਰੀ ਟੂ ਸੇ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਇਹੋ ਜਿਹੇ ਆ, ਬਟ ਮੈਜੋਰਿਟੀ ਜਿਹੜੇ ਸਾਡੇ ਫਿਜ਼ੀਕਲ ਐਜੂਕੇਸ਼ਨ ਟੀਚਰ ਹੈ ਉਹ ਬਲੈਕ ਬੋਰਡ ਤੇ ਜਿਹੜਾ ਉਹ ਪੜ੍ਹਾਉਣ ਲੱਗ ਪਏ। ਕਿਉਂਕਿ ਮੈਂ ਸਮਝਦਾ ਇਹ ਸਬਜੈਕਟ ਹੈਗਾ, ਬਟ ਐਟ ਦਾ ਸੇਮ ਟਾਈਮ ਜੇ ਅਸੀਂ ਉਹਦੀ ਐਕਸਰਸਾਈਜ਼ ਨਾ ਕਰਾਂਗੇ, ਜੇ ਗਰਾਊਂਡ 'ਚ ਨਾ ਜਾਵਾਂਗੇ, ਫਿਰ ਉਹ ਸਾਡੀ ਜਿਹੜੀ ਟੀਮ ਸਪਿਰਿਟ ਆ। ਔਰ ਮੈਂ ਇੱਕ ਤੁਹਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਨੀ ਚਾਹੁੰਦਾ, ਕਿਉਂਕਿ ਖਿਡਾਰੀ ਜਦੋਂ ਟੀਮ ਦੇ ਵਿੱਚ ਖੇਡਦਾ ਤੇ ਉਹ ਨਾਲ ਦੇ ਸਾਥੀ ਦਾ ਬਹੁਤ ਧਿਆਨ ਰੱਖਦਾ, ਕਿਉਂਕਿ ਜੇ ਉਹਦੀ ਗਲਤੀ ਆ ਉਹਨੂੰ ਕਵਰ ਕਰਨੀ ਪੈਣੀ ਆ। ਨਾਲ ਦਾ ਸਾਥੀ ਵੀ ਇਹੀ ਸੋਚਦਾ। ਅੱਛਾ, ਸਿਮਿਲਰਲੀ ਇਹ ਸਾਡੀ ਸੁਸਾਇਟੀ ਵੀ ਇਦਾਂ ਹੀ ਸੋਚਦੀ ਹੈ, ਕਿਉਂਕਿ ਜੇ ਤੁਸੀਂ ਕਿਸੇ ਤੋਂ ਕੋਈ ਚੀਜ਼ ਦੀ ਆਸ ਰੱਖਦੇ ਆ
ਤੇ ਉਹ ਵੀ ਤੁਹਾਡੇ ਤੋਂ ਇਸ ਚੀਜ਼ ਦੀ ਆਸ ਰੱਖਦਾ। ਉਹਦੇ ਨਾਲ ਹਿਊਮੈਨਿਟੀ ਦੇ ਵਿੱਚ ਰਿਸਪੈਕਟ ਵੱਧਦੀ ਆ, ਉਹਦੇ ਨਾਲ ਤੁਹਾਡਾ ਭਾਈਚਾਰਾ ਵੱਧਦਾ। ਕਿਉਂਕਿ ਚਾਹੇ ਇੱਕ ਪਿੰਡ ਹੋਵੇ, ਚਾਹੇ ਇੱਕ ਮਹੱਲਾ ਹੋਵੇ, ਜਦੋਂ ਅਸੀਂ ਉਹ ਸੁਸਾਇਟੀ ਦੇ ਵਿੱਚ ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਉਹ ਸੁਸਾਇਟੀ ਦਾ ਜਿਹੜਾ ਮਾਹੌਲ ਹੈ ਉਹ ਇੱਕ ਇਹੋ ਜਿਹਾ ਮਾਹੌਲ ਬਣ ਜਾਂਦਾ ਜਿੱਥੇ ਜ਼ਿੰਦਗੀ ਜੀਣ ਦਾ ਆਪਣਾ ਹੀ ਮਜ਼ਾ ਹੁੰਦਾ, ਭਾਵੇਂ ਸਾਡੇ ਕੋਲ ਸੋਰਸਸ ਘੱਟ ਵੀ ਹੋਣ। ਕਿਉਂਕਿ ਮੈਂ ਬੇਟਾ ਤੁਹਾਨੂੰ ਇੱਕ ਗੱਲ ਜ਼ਰੂਰ ਬੱਚਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ, ਕਿਉਂਕਿ ਮੈਂ ਜਦੋਂ ਪਹਿਲੀ ਵਾਰੀ ਨਿਊਜ਼ੀਲੈਂਡ ਗਿਆ 1985 ਦੇ ਵਿੱਚ, ਤੇ ਜੇਸ ਹੋਟਲ ਦੇ ਵਿੱਚ, ਕਿਉਂਕਿ ਇੰਡੀਆ ਟੀਮ ਸੀ, ਜੇਸ ਹੋਟਲ ਦੇ ਵਿੱਚ ਅਸੀਂ ਠਹਿਰੇ, ਉੱਥੇ ਤਾਲਾ ਨਹੀਂ ਸੀਗਾ। ਅੱਛਾ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਇਸ ਦੇਸ਼ ਦੇ ਵਿੱਚ ਕੋਈ ਵੀ ਲੋਕੀ ਨਾ ਘਰਾਂ ਨੂੰ ਤੇ ਨਾ ਈਵਨ ਕਿ ਜਿਹੜੇ ਕਮਰਸ਼ੀਅਲ ਹੋਟਲ ਆ ਉੱਥੇ ਕੋਈ ਤਾਲਾ ਲਾਉਂਦਾ। ਲੇਕਿਨ ਉਸ ਸੁਸਾਇਟੀ ਦੇ ਵਿੱਚੋਂ ਮੈਨੂੰ ਕਈ ਕੁਝ ਸਿੱਖਣ ਦਾ ਮੌਕਾ ਮਿਲਿਆ, ਕਿਉਂਕਿ ਮੈਂ ਇਸੇ ਤਰ੍ਹਾਂ ਹੀ ਜੇ ਹਾਲੈਂਡ ਗਿਆ ਜਾਂ ਆਸਟ੍ਰੇਲੀਆ ਗਿਆ, ਉਹਨਾਂ ਕੋਲੋਂ ਉਹਨਾਂ ਦੀ ਸੁਸਾਇਟੀ ਦੇ ਮੁਤਾਬਕ ਕਈ ਚੀਜ਼ਾਂ ਨੂੰ ਸਿੱਖਣ ਦਾ ਮੌਕਾ ਮਿਲਿਆ। ਔਰ ਜਿਹਦਾ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਹੁਣ ਤਾਂ ਟੈਕਨੋਲੋਜੀ ਬਹੁਤ ਹੈ, ਔਰ ਫਿਰ ਮੈਨੂੰ ਇੱਕ ਵਾਰੀ ਇਜ਼ਰਾਈਲ ਜਾਣ ਦਾ ਮੌਕਾ ਮਿਲਿਆ। ਇਜ਼ਰਾਈਲ 80 ਲੱਖ ਲੋਕਾਂ ਦਾ ਦੇਸ਼ ਹੈ, ਲੇਕਿਨ ਅੱਜ ਸਭ ਤੋਂ ਵੱਧ ਜਿਹੜੀ ਰਿਸਰਚ ਹੈ ਉਸ ਦੇਸ਼ ਦੇ ਵਿੱਚ ਹੁੰਦੀ ਹੈ। ਔਰ ਉਹਦੇ ਵਿੱਚ ਜਿਹੜਾ ਆਪਾਂ ਆਪਣੇ ਗੁਰੂ ਦੱਸਦੇ ਆ ਕਿ ਹਾਂ ਵੀ ਸਾਨੂੰ ਦਸਵੰਧ ਕੱਢਣਾ ਚਾਹੀਦਾ, ਉਹ ਜਿਹੜਾ ਦਸਵੰਧ ਕੱਢਦੇ ਆ ਜਾਂ 10% ਆਪਣੀ ਇਨਕਮ ਦਾ, ਆਪਣੇ ਸੋਰਸਸ ਦਾ ਜਿਹੜਾ ਕੰਟਰੀਬਿਊਟ ਕਰਦੇ ਆ, ਚੈਰਿਟੀ ਕਰਦੇ ਆ, ਉਹ ਐਜੂਕੇਸ਼ਨ 'ਚ ਕਰਦੇ ਆ। ਮੈਂ ਇਹ ਨਹੀਂ ਕਹਿੰਦਾ ਮੈਂ ਧਾਰਮਿਕ ਜਿਹੜੀਆਂ ਭਾਵਨਾਵਾਂ ਉਹ ਆਪਣੀ ਜਗ੍ਹਾ ਆ, ਲੇਕਿਨ ਜਦੋਂ ਤੱਕ ਅਸੀਂ ਖਾਸ ਕਰਕੇ, ਕਿਉਂਕਿ ਮੇਰੇ ਕੋਲ NRI ਅਫੇਅਰਸ ਵੀ ਹੈ, ਔਰ ਮੈਂ ਇਹ ਵੀ ਕਹੂੰਗਾ ਕਿ ਆਪਣੇ ਆਪਣੇ ਪਿੰਡ ਦਾ ਸਕੂਲ, ਆਪਣੇ ਆਪਣੇ ਪਿੰਡ ਦੀਆਂ ਗਰਾਊਂਡਸ, ਖੇਡਾਂ ਤੇ ਪੜ੍ਹਾਈ, ਕਿਉਂਕਿ ਦੋਨੇ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਬਣੂਗਾ ਤੇ ਮੈਨੂੰ ਲੱਗਦਾ, ਕਿਉਂਕਿ ਨਰੋਈ ਸੋਚ ਤੇ ਨਰੋਈ ਸਿਹਤ ਜਿਹੜਾ ਪੰਜਾਬ ਦਾ ਬੇਸਿਕ ਇਸ਼ੂ ਆ। ਔਰ ਬੱਚਿਓ, ਖਾਸ ਕਰਕੇ ਜਦੋਂ ਤੁਸੀਂ ਸਵੇਰੇ ਸਕੂਲ ਆਉਂਦੇ ਆ, ਮੈਂ ਖਾਸ ਕਰਕੇ ਲੜਕੀਆਂ ਨੂੰ ਦੇਖਿਆ ਉਹ ਬ੍ਰੇਕਫਾਸਟ ਨਹੀਂ ਕਰਕੇ ਆਉਂਦੀਆਂ, ਔਰ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਖਾਣੇ ਦਾ ਪੀਰੀਅਡ ਆ ਵਿੱਚ ਗੈਪ ਹੈ ਬਹੁਤ ਵੱਡਾ ਹੋ ਜਾਂਦਾ। ਲੇਕਿਨ ਇਹ ਸਾਡੀ ਸਿਹਤ ਲਈ ਆਉਣ ਵਾਲੇ ਸਮੇਂ ਲਈ ਨੁਕਸਾਨਦਾਇਕ ਹੈ। ਇਹ ਚੀਜ਼ਾਂ ਚਾਹੇ ਛੋਟੀਆਂ ਹੈਗੀਆਂ, ਸਫਾਈ ਦਾ ਜਿਹੜਾ, ਕਿਉਂਕਿ ਜੇ ਅਸੀਂ ਆਪ ਨਹੀਂ ਸਫਾਈ ਰੱਖਾਂਗੇ ਤਾਂ ਫਿਰ ਸਾਡੀ ਜਗ੍ਹਾ ਕਿਸੇ ਨੇ ਨਹੀਂ ਰੱਖਣੀ। ਕਿਉਂਕਿ ਜੇ ਆਪਾਂ ਸਾਰੇ ਜਣੇ ਇੱਕ ਇੱਕ ਕਾਗਜ਼ ਵੀ ਸਿੱਟੀਏ, ਪੰਜਾਬ 'ਚ 3 ਕਰੋੜ ਕਾਗਜ਼ ਅਸੀਂ ਸੜਕਾਂ ਤੇ ਜਾਂ ਕਿਸੇ ਇਹੋ ਜਿਹੀ ਜਗ੍ਹਾ ਤੇ ਦੇਖ ਸਕਦੇ ਆ। ਲੇਕਿਨ ਉਹਦੇ ਲਈ ਇੱਕ ਬਹੁਤ ਵੱਡਾ ਡਿਪਾਰਟਮੈਂਟ ਬਣੂਗਾ, ਉਹਦੇ 'ਚ ਫਿਰ ਬਹੁਤ ਵੱਡੇ ਖਰਚੇ ਹੋਣਗੇ, ਉਹਦੇ ਵਿੱਚ এনवायरमेंट, ਲੇਕਿਨ ਉਹ ਸਿਰਫ ਆਪਣੀ ਇੱਕ ਹੈਬਿਟ ਆ, ਇੱਕ ਆਪਣੀ ਆਦਤ ਹੈ। ਤੇ ਜੇ ਆਪਾਂ ਉਸ ਆਦਤ ਨੂੰ ਸੁਧਾਰ ਲਈਏ, ਜਿੱਦਾਂ ਕਹਿੰਦੇ ਨਾ ਕਿ ਆਪਣਾ ਘਰ ਸਾਫ਼ ਕਰ ਲਈਏ ਤੇ ਪਿੰਡ ਸਾਫ਼ ਹੋ ਜਾਊਗਾ। ਜੇ ਪਿੰਡ ਸਾਫ਼ ਕਰ ਲਈਏ ਤਾਂ ਫਿਰ ਆਪਣਾ ਜਿਹੜਾ ਆ ਉਹ ਜ਼ਿਲ੍ਹਾ ਸਾਫ਼ ਹੋ ਜਾਊਗਾ, ਇਦਾਂ ਹੀ ਸਾਡਾ ਸੂਬਾ ਸਾਫ਼ ਹੋ ਜਾਊਗਾ। ਲੇਕਿਨ ਉਹਦੇ ਸਭ ਤੋਂ ਜਿਹੜਾ ਜ਼ਰੂਰੀ ਆ ਉਹ ਸਾਡਾ ਕਿਰਦਾਰ ਹੈ, ਕਿਉਂਕਿ ਸਾਡੇ ਜਿਹੜੇ ਵੱਡੇ ਵਡੇਰੇ ਆ, ਬਜ਼ੁਰਗ ਹੈ, ਉਹਨਾਂ ਕੋਲ ਐਜੂਕੇਸ਼ਨ ਭਾਵੇਂ ਘੱਟ ਸੀ, ਲੇਕਿਨ ਉਹਨਾਂ ਦਾ ਕਿਰਦਾਰ ਸਾਡੇ ਨਾਲੋਂ ਜਿਹੜਾ ਬਿਹਤਰ ਕਿਰਦਾਰ ਸੀ। ਮੈਂ ਇਹ ਗਿਣਦਾ, ਮੈਂ ਇਹ ਸਮਝਦਾ, ਐਜੂਕੇਸ਼ਨ ਭਾਵੇਂ ਘੱਟ ਸੀ, ਉਹਦੇ ਵਿੱਚ ਰੋਲ ਮਾਡਲ ਕੌਣ ਹੁੰਦਾ? ਤੁਹਾਡਾ ਟੀਚਰ, ਤੁਹਾਡੇ ਪੇਰੈਂਟਸ, ਤੁਹਾਡੇ ਸਮਾਜ ਦੇ ਉਹ ਇਨਸਾਨ ਜਿਨ੍ਹਾਂ ਨੇ ਕਿਸੇ ਵੀ ਫੀਲਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੋਵੇ। ਔਰ ਉਹ ਸਪੋਰਟਸਮੈਨ ਵੀ ਹੋ ਸਕਦਾ, ਉਹ ਸਾਇੰਟਿਸਟ ਵੀ ਹੋ ਸਕਦਾ, ਉਹ ਕਲਾਕਾਰ ਵੀ ਹੋ ਸਕਦਾ, ਉਹ ਕਿਸੇ ਵੀ ਫੀਲਡ ਤੋਂ ਜਿਹੜਾ ਉਹ ਹੋ ਸਕਦਾ। ਔਰ ਉਹਦੇ ਨਾਲ ਤੁਸੀਂ ਮੋਟੀਵੇਟ ਹੁੰਦੇ ਹੋ, ਉਹਦੇ ਨਾਲ ਤੁਸੀਂ ਇਹੋ ਜਿਹੀਆਂ ਚੀਜ਼ਾਂ ਆਪਣੇ ਆਪ ਨੂੰ ਜੋੜ ਕੇ ਦੇਖਦੇ ਹੋ। ਕਿਉਂਕਿ ਜਦੋਂ ਅਸੀਂ ਛੋਟੇ ਸੀ ਤੇ ਸਾਡੇ ਜਿਹੜੇ ਸੀਨੀਅਰ ਸੀਗੇ, ਅਸੀਂ ਉਹਨਾਂ ਨੂੰ ਆਪਣੇ ਰੋਲ ਮਾਡਲ ਮੰਨਦੇ ਸੀ। ਇਹ ਠੀਕ ਆ ਵੀ ਪੋਲੀਟੀਕਲ ਸਿਸਟਮ 'ਚ ਸੱਚੀ ਗੱਲ ਹੈ ਕਿ ਇਹ ਕਿਤੇ ਨਾ ਕਿਤੇ ਨਿਗਾਰ ਆਇਆ, ਹਰ ਬੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਬਹਿ ਗਿਆ। ਅਸੀਂ ਪਿੰਡਾਂ ਦੇ ਪਿੰਡ ਜਿਹੜੇ ਆ ਧੜਿਆਂ 'ਚ ਵੰਡ ਲਏ। ਅਸੀਂ ਧੜਿਆਂ 'ਚ ਨਹੀਂ ਵੰਡਣਾ, ਅਸੀਂ ਕੁਐਸਚਨ ਕਰੀਏ, ਕਿਉਂਕਿ ਕ੍ਰੀਏਟੀਵਿਟੀ ਹਰ ਮਾਈਂਡ ਦੀ ਹੈਗੀ, ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਬੇਸਿਕਲੀ ਕ੍ਰੀਏਟਿਵ ਹੋਈਏ, ਅਸੀਂ ਪੁੱਛੀਏ ਵੀ ਹਾਂ ਵੀ ਆਹ ਕਿਉਂ ਨਹੀਂ ਹੋ ਰਿਹਾ, ਆਹ ਕਿੱਧਰ ਨੂੰ ਜਾ ਰਿਹਾ। ਮੈਂ ਜਿਹੜੇ ਪਿੰਡਾਂ ਦੇ ਵਿੱਚ ਵੀ ਖਾਸ ਕਰਕੇ, ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਆ ਉਹ ਕਲਾਸ ਦੇ ਵਿੱਚ ਤੁਸੀਂ ਕੁਐਸਚਨਿੰਗ ਕਰੋ, ਉਹਦਾ ਅਲਟੀਮੇਟਲੀ ਸਾਨੂੰ ਆਨਸਰ ਜਿਹੜਾ, ਕਿਉਂਕਿ ਡੈਮੋਕ੍ਰੇਸੀ ਦੀ ਬਿਊਟੀ ਵੀ ਇਹੀ ਆ। ਅਦਰਵਾਈਜ਼ ਜਿਹੜੀ ਇਨਸਾਨੀ ਫਿਤਰਤ ਹੈ ਉਹ ਵੀ ਤਾਂ ਹੀ ਗਰੋ ਹੁੰਦੀ ਆ ਜੇ ਉਹਦੇ ਵਿੱਚੋਂ ਕੁਐਸਚਨ ਕਰਕੇ ਆਪਾਂ ਉਹਦੇ ਵਿੱਚੋਂ ਆਨਸਰ ਲੱਭੀਏ। ਸੋ ਉਹ ਆਪਾਂ ਨੂੰ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਔਰ ਰਾਦਰ
ਇਹਦੇ ਲਈ ਮੈਂ ਇੱਕ ਤੁਹਾਡੇ ਨਾਲ ਫਾਰਮ ਵੀ ਸ਼ੇਅਰ ਕਰ ਰਿਹਾ ਕਿ ਤੁਸੀਂ ਕੀ ਸੋਚਦੇ ਆ, ਤੁਹਾਨੂੰ ਤੁਸੀਂ ਮੈਨੂੰ ਈਵਨ ਇਨ ਟੱਚ ਹੋਵੋ ਉਹਦੇ ਨਾਲ, ਤਾਂ ਕਿ ਆਪਾਂ ਉਹਦੇ 'ਚ ਤੁਹਾਡੀਆਂ ਗੱਲਾਂ ਸਮਝ ਕੇ, ਕਿਉਂਕਿ ਤੁਹਾਡੇ ਮਾਈਂਡ 'ਚ ਕੀ ਆ, ਕਿਉਂਕਿ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਸੋਚਦੇ ਆ ਕਿ ਸਾਡਾ ਜਿਹੜਾ ਪੜ੍ਹਾਈ ਦਾ ਲੈਵਲ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ। ਕਿਉਂਕਿ ਮੇਰੇ ਕੋਲ ਹਾਇਰ ਐਜੂਕੇਸ਼ਨ ਵੀ ਆ, ਉਹਦੇ ਜਿਹੜੇ ਕੁਝ ਹਾਇਰ ਐਜੂਕੇਸ਼ਨ ਦੇ ਜਿਹੜੇ ਇੰਟੈਲੈਕਚੁਅਲਸ ਆ, ਜਿਹੜੇ ਐਜੂਕੇਸ਼ਨਿਸਟ ਆ, ਉਹ ਕਹਿੰਦੇ ਵੀ ਸਾਨੂੰ ਬੱਚਿਆਂ ਦੇ ਵਿੱਚ ਜਦੋਂ ਇਹ +2 ਕਰਕੇ ਆਉਂਦੇ ਆ ਤੇ ਸਾਨੂੰ ਆਹ ਕਮੀਆਂ ਪੇਸ਼ੀਆਂ ਆਉਂਦੀਆਂ। ਤੁਸੀਂ ਵੀ ਦੱਸੋ ਸਾਨੂੰ, ਅਸੀਂ ਤੁਹਾਡੇ ਰਾਦਰ ਟੀਚਰਸ ਨੂੰ ਵੀ, ਪ੍ਰਿੰਸੀਪਲਸ ਨੂੰ ਵੀ ਇਹ ਕਵਾਂਗੇ ਕਿ ਹਾਂ ਵੀ ਤੁਸੀਂ ਵੀ ਦੇਖੋ ਵੀ ਇਹਨਾਂ 'ਚ ਕਿੱਥੇ ਕਮੀ ਪੇਸ਼ੀ ਆ, ਤਾਂ ਕਿ ਇਹ ਜਦੋਂ ਹਾਇਰ ਐਜੂਕੇਸ਼ਨ ਦੇ ਵਿੱਚ ਜਾਣ ਤਾਂ ਫਿਰ ਇਹਨਾਂ ਨੂੰ ਉਹ ਕਮੀਆਂ ਪੇਸ਼ੀਆਂ ਨਾ ਰਹਿਣ, ਤਾਂ ਕਿ ਇਹ ਇੱਕ ਕੰਪਲੀਟ ਜਿਹੜਾ ਇਨਸਾਨ ਆ, ਕੰਪਲੀਟ ਉਹ ਇਨਸਾਨ ਜਿਹਨੂੰ ਆਪਣੀ ਰੋਜ਼ੀ ਰੋਟੀ ਵੀ ਕਮਾ ਸਕੇ, ਆਪਣੇ ਪਰਿਵਾਰ ਨੂੰ ਵੀ ਪਾਲ ਸਕੇ, ਲੇਕਿਨ ਸਮਾਜ ਨੂੰ ਦੁਬਾਰਾ ਕੰਟਰੀਬਿਊਸ਼ਨ ਵੀ ਜਿਹੜੀ ਉਹ ਕੁਛ ਕਰ ਸਕੇ। ਔਰ ਇਹਦੇ ਲਈ ਇੱਕ ਮਾਹੌਲ ਜਿਹੜਾ, ਕਿਉਂਕਿ ਮੇਰੇ ਕੋਲ ਖੇਡਾਂ ਵੀ ਆ ਤੇ ਮੇਰੇ ਕੋਲ ਐਜੂਕੇਸ਼ਨ ਵੀ ਆ, ਸੋ ਮੈਂ ਰਾਦਰ ਸਾਡੇ ਜਿਹੜੇ ਅਜੋਏ ਸ਼ਰਮਾ ਜੀ ਜਿਹੜੇ ਸੈਕਟਰੀ ਐਜੂਕੇਸ਼ਨ ਹੈ, ਔਰ ਇਹਨਾਂ ਕੋਲ ਸਪੋਰਟਸ ਵੀ ਆ, ਸਾਡੀ ਕੋਸ਼ਿਸ਼ ਇਹ ਹੈਗੀ ਆ ਵੀ ਈਵਨ ਗਰਾਊਂਡਾਂ ਦੇ ਨਾਲ ਵੀ ਇੱਕ ਲਾਇਬ੍ਰੇਰੀ ਜਿਹੜੀ ਆ, ਜਿਨ੍ਹਾਂ ਸਕੂਲਾਂ ਦੇ ਵਿੱਚ ਨਹੀਂ ਹੈਗੀ, ਜੇ ਗਰਾਊਂਡਾਂ ਅਲੱਗ ਹੈਗੀਆਂ, ਤਾਂ ਕਿ ਉੱਥੇ ਬੱਚੇ ਖੇਡਣ ਵੀ ਤੇ ਉਹਦੇ 'ਚੋਂ ਜਿਹੜਾ ਥੋੜ੍ਹਾ ਸਮਾਂ ਆ ਪੜ੍ਹਨ ਵੀ। ਕਿਉਂਕਿ ਪੜ੍ਹਾਈ ਤੋਂ ਬਿਨਾਂ ਇਨਸਾਨ ਦੀ ਜਿਹੜੀ ਸੋਚ ਹੈ ਹੌਲੀ ਹੌਲੀ ਜਿਹੜੀ ਡਿਵੈਲਪ ਹੋਣੀ ਚਾਹੀਦੀ, ਉਹ ਉਨੀ ਨਹੀਂ ਹੁੰਦੀ ਜੇ ਪੜ੍ਹਾਈ ਨਾ ਹੋਵੇ। ਸੋ ਇਹ ਦੋਨੇ ਕੰਬੀਨੇਸ਼ਨ ਆ। ਔਰ ਇੱਕ ਬੇਟਾ ਮੈਂ ਤੁਹਾਡੇ ਨਾਲ ਜ਼ਰੂਰ ਇਹ ਗੱਲ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਜਿਹੜਾ ਇੰਟੈਲੀਜੈਂਸ ਆ, ਇਹ ਵੀ ਧਾਰਨਾ ਕਿਤੇ ਨਾ ਕਿਤੇ ਗਲਤ ਹੈਗੀ ਆ ਵੀ ਸ਼ਾਇਦ ਜਿਹੜਾ ਖਿਡਾਰੀ ਹੁੰਦਾ ਉਹ ਇੰਟੈਲੀਜੈਂਟ ਨਹੀਂ ਹੋ ਸਕਦਾ। ਲੇਕਿਨ ਜੇ ਤੁਸੀਂ 22 ਪਲੇਅਰਾਂ 'ਚ ਖੇਡਦੇ ਆ ਤੇ 21 ਪਲੇਅਰਾਂ 'ਚੋਂ ਜਦੋਂ ਟਾਈਮਿੰਗ ਦੇ ਨਾਲ, ਐਕੂਰੇਸੀ ਦੇ ਨਾਲ, ਸਪੀਡ ਦੇ ਨਾਲ ਜੇ ਬਹੁਤ ਵਧੀਆ ਬਾਲ ਪਾ ਸਕਦੇ ਆ, ਇਹਦਾ ਮਤਲਬ ਤੁਹਾਡਾ ਇੰਟੈਲੀਜੈਂਸ ਦਾ ਲੈਵਲ ਹੈਗਾ। ਇਹ ਠੀਕ ਆ ਵੀ ਕਈ ਵਾਰੀ ਖਿਡਾਰੀ ਉਸ ਐਂਗਲ ਨਾਲ ਨਹੀਂ ਸੋਚਦੇ, ਸੋ ਇਸ ਕਰਕੇ ਇਹ ਕੰਪਲੀਟ ਆਪਾਂ। ਔਰ ਦੂਸਰੀ ਆਪਣੀ ਡਾਈਟ ਜਿਹੜੀ ਆ, ਕਿਉਂਕਿ ਜਿਹੜੇ ਥਰਡ ਵਰਲਡ ਕੰਟਰੀ ਆ, ਇਹ ਹਮੇਸ਼ਾ ਸਾਨੂੰ ਫਾਸਟ ਫੂਡ ਵੱਲ ਨੂੰ, ਕਿਉਂਕਿ ਇਹ ਆਪਣੇ ਦੇਸ਼ਾਂ ਦੇ ਵਿੱਚੋਂ ਤਾਂ ਹੌਲੀ ਹੌਲੀ ਬਾਹਰ ਕੱਢ ਰਹੇ ਆ, ਜਿਹਦਾ ਬੇਸ ਮੈਦੇ ਦਾ। ਆਪਾਂ ਸਾਰੇ, ਕਿਉਂਕਿ ਪੰਜਾਬ ਜਿਹੜਾ ਆ ਉਹ ਪਿੰਡਾਂ ਦੇ ਵਿੱਚੋਂ ਜਿਹੜਾ ਉਹਨੂੰ ਪਿੰਡਾਂ ਦੇ ਵਿੱਚੋਂ ਨਿਕਲਦਾ, ਕਿਉਂਕਿ ਜਿਹੜਾ ਮੈਦਾ ਆ ਉਹ ਸਭ ਤੋਂ ਮਾੜੀ ਚੀਜ਼ ਆ। ਅਸੀਂ ਕਈ ਵਾਰੀ ਗੱਡੀ 'ਚ ਤੇਲ ਪਵਾਉਂਦੇ ਨਾ, ਕਿਤੇ ਜਿਹੜਾ ਡੀਜ਼ਲ ਵਾਲੀ ਗੱਡੀ ਦੇ ਵਿੱਚ ਪੈਟਰੋਲ ਪਵਾ ਕੇ ਦੇਖੋ, ਜਾਂ ਪੈਟਰੋਲ ਵਾਲੀ ਗੱਡੀ ਦੇ ਵਿੱਚ ਡੀਜ਼ਲ ਪਵਾ ਕੇ ਦੇਖੋ, ਤੇ ਉਹ ਇੰਜਣ ਸੀਜ਼ ਹੋ ਜਾਂਦਾ। ਲੇਕਿਨ ਕੁਦਰਤ ਨੇ ਸਾਨੂੰ ਬਹੁਤ ਵਧੀਆ ਮਸ਼ੀਨਰੀ ਦਿੱਤੀ ਆ, ਲੇਕਿਨ ਅਸੀਂ ਉਹਨੂੰ ਬਹੁਤ ਮਿਸਯੂਜ਼ ਕਰਦੇ ਹਾਂ। ਆਪਾਂ ਨਾਰਮਲ ਜਿਹੜਾ ਖਾਣਾ ਆ, ਚਾਹੇ, ਕਿਉਂਕਿ ਹੁਣ ਤਾਂ ਮੈਨੂੰ ਲੱਗਦਾ ਬੱਚੇ ਜਿਹੜੇ ਆ ਗੰਨੇ ਵੀ ਚੂਪਣੋਂ ਹਟ ਗਏ, ਈਵਨ ਮੱਕੀ ਦੀ ਰੋਟੀ ਤੇ ਸਾਗ ਖਾਣੋਂ ਹਟ ਗਏ। ਇਹ ਜਿਹੜੀ ਸਾਡੀ ਸਭ ਤੋਂ ਵਧੀਆ ਡਾਈਟ ਸੀ, ਕਈ ਵਾਰੀ ਸਾਨੂੰ ਇੱਦਾਂ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਟੈਕਨੋਲੋਜੀ ਅਸੀਂ ਯੂਜ਼ ਕਰਦੇ ਹਾਂ, ਅਸੀਂ ਕੰਪਿਊਟਰ ਯੂਜ਼ ਕਰਦੇ ਹਾਂ, ਤੇ ਸਾਡਾ ਪੁਰਾਣਾ ਸਿਸਟਮ ਜਿਹੜਾ ਉਹ ਬਹੁਤ ਮਾੜਾ ਸੀ। ਲੇਕਿਨ ਮੈਂ ਤਾਂ ਇੱਥੋਂ ਤੱਕ ਵੀ ਸਮਝਦਾ ਕਿ ਜਦੋਂ ਅਸੀਂ ਖਾਣਾ ਚੌਂਕੜੀ ਮਾਰ ਕੇ ਖਾਂਦੇ ਹਾਂ ਤੇ ਸਾਡਾ ਜਿਹੜਾ ਸਾਰੇ ਦਾ ਸਾਰਾ ਬਲੱਡ ਸਰਕੂਲੇਸ਼ਨ ਆ ਉਹ ਸਾਡੇ ਪੇਟ ਦੇ ਵਿੱਚ ਆ ਜਾਂਦਾ, ਉਹਦੇ ਨਾਲ ਜਿਹੜਾ ਖਾਣਾ ਆ ਉਹਦੀ ਡਾਈਜੈਸ਼ਨ ਜਲਦੀ ਹੁੰਦੀ ਆ। ਸੋ ਇਹ ਵੀ ਸਾਇੰਟੀਫਿਕ ਸੀਗਾ, ਪਰ ਅਸੀਂ ਉਹਨੂੰ ਕਈ ਵਾਰੀ ਡਿਫਰੈਂਟ ਐਂਗਲ ਨਾਲ ਸੋਚਣ ਲੱਗ ਪੈਂਦੇ ਹਾਂ, ਡਿਫਰੈਂਟ ਸੋਚ ਨਾਲ ਉਹਨੂੰ ਅੱਗੇ ਲਿਜਾਣ ਲੱਗ ਪੈਂਦੇ ਹਾਂ। ਇਹਦੇ ਲਈ ਤੁਹਾਡਾ ਜਿਹੜਾ ਚੰਗੀ ਸਿਹਤ ਦਾ ਹੋਣਾ, ਔਰ ਉਹਦੇ ਲਈ ਸਿੰਪਲ ਖਾਣਾ ਖਾਣਾ, ਕਿਉਂਕਿ ਇਹ ਚੀਜ਼ਾਂ ਆਪਾਂ ਘਰਾਂ ਦੇ ਵਿੱਚ ਅਫੋਰਡ ਕਰ ਸਕਦੇ ਹਾਂ। ਲੇਕਿਨ ਅਸੀਂ ਕਈ ਵਾਰੀ 버ਗਰ ਵੱਲ ਨੂੰ, ਪੀਜ਼ੇ ਵੱਲ ਨੂੰ, ਜਿਹਦਾ ਵੀ ਬੇਸ ਮੈਦੇ ਦਾ ਹੈਗਾ, ਉਹ ਸਾਡੇ ਲਈ ਨਹੀਂ ਚੰਗਾ, ਉਹ ਸਾਡੇ ਲਈ ਪੋਇਜ਼ਨ। ਸੋ ਇਹ ਬੇਟਾ ਚੀਜ਼ਾਂ ਦਾ ਧਿਆਨ ਰੱਖੋ। ਔਰ ਮੈਂ ਟੀਚਰਸ ਨੂੰ ਖਾਸ ਕਰਕੇ, ਕਿਉਂਕਿ ਹਮੇਸ਼ਾ ਅੱਧਾ ਗਲਾਸ ਭਰਿਆ ਦੇਖੋ, ਖਾਲੀ ਨਾ ਦੇਖੋ। ਜ਼ਿੰਦਗੀ ਜਿਹੜੀ ਆ ਉਹ ਹਾਂ ਪੱਖੀ ਜੀਣੀ ਚਾਹੀਦੀ ਆ, ਔਰ ਉਹਦਾ ਆਪਣਾ ਨਜ਼ਾਰਾ ਹੈਗਾ। ਮੈਂ ਨਹੀਂ ਕਹਿੰਦਾ ਕਿ ਸਮੱਸਿਆਵਾਂ ਨਹੀਂ ਆ, ਸਮੱਸਿਆਵਾਂ ਬਹੁਤ ਹੈ, ਲੇਕਿਨ ਜਦੋਂ ਅਸੀਂ ਉਹਨੂੰ ਪੋਜ਼ਿਟਿਵ ਵੇ ਨਾਲ ਦੇਖਾਂਗੇ, ਜਦੋਂ ਹਾਂ ਪੱਖੀ ਨਜ਼ਰੀਏ ਨਾਲ ਦੇਖਾਂਗੇ, ਤੇ ਉਹਦੇ ਰਿਜ਼ਲਟ ਜਿਹੜੇ ਆ ਉਹ ਹੌਲੀ ਹੌਲੀ ਆਟੋਮੈਟਿਕਲੀ ਆਪਣੇ ਸਾਹਮਣੇ ਆਉਂਦੇ ਰਹਿਣਗੇ। ਕਿਉਂਕਿ ਮੈਂ ਜਿੱਥੇ ਬੱਚਿਆਂ ਨਾਲ ਸਾਂਝੀ ਕਰਨੀ ਚਾਹੁੰਦਾ, ਕਿਉਂਕਿ ਤੁਸੀਂ ਇਹਨਾਂ ਲਈ ਪੇਰੈਂਟਸ ਤੋਂ, ਮੈਨੂੰ ਲੱਗਦਾ ਪੇਰੈਂਟਸ ਨਾਲੋਂ ਵੀ ਪਹਿਲਾਂ ਟੀਚਰਸ ਆ। ਅੱਜ ਵੀ ਮੇਰੇ ਟੀਚਰਸ, ਸਰਦਾਰ ਬਸੰਤ ਸਿੰਘ ਮੈਥ ਦੇ ਟੀਚਰ ਸੀ, ਕਿਉਂਕਿ ਬੇਟਾ ਅੱਜ ਕੱਲ੍ਹ ਤਾਂ ਕੋਈ ਟੀਚਰ ਹੱਥ ਨਹੀਂ ਲਾਉਂਦਾ, ਕਈ ਵਾਰੀ ਪੇਰੈਂਟਸ ਹੀ ਜਿਹੜੇ ਆ ਸਾਨੂੰ, ਲੇਕਿਨ ਕੁੱਟ ਵੀ ਪੂਰੀ ਪੈਂਦੀ ਹੁੰਦੀ ਸੀ। ਰਿਐਲਿਟੀ ਇਹ ਆ।
ਔਰ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸਰਦਾਰ ਮੁਖਤਿਆਰ ਸਿੰਘ ਸੀ, ਸਾਡੇ ਹੈੱਡ ਮਾਸਟਰ ਸਰਦਾਰ ਦਲਜੀਤ ਸਿੰਘ ਸੀ, ਮੇਰੇ ਹਿੰਦੀ ਦੇ ਟੀਚਰ ਭੈਣ ਜੀ ਸੀਤਾ ਸ਼ਰਮਾ। ਸੋ ਇਹ ਸਾਰੇ ਟੀਚਰ ਅੱਜ ਜੇ ਮੈਂ ਇਸ ਲੈਵਲ ਨੂੰ ਅਚੀਵ ਕੀਤਾ ਆ ਤੇ ਇਹ ਉਹਨਾਂ ਦੀ ਬਦੌਲਤ ਹੈ। ਅੱਜ ਵੀ ਮੈਂ ਇਹ ਫੀਲ ਕਰਦਾ ਕਿ ਇਹ ਲੋਕਾਂ ਨੇ ਜੇ ਮੇਰੇ ਤੇ ਮਿਹਨਤ ਨਾ ਕੀਤੀ ਹੁੰਦੀ ਔਰ ਜੇ ਖੇਡਾਂ ਦੇ ਵਿੱਚ ਵੀ ਮੇਰੇ ਫਿਜ਼ੀਕਲ ਐਜੂਕੇਸ਼ਨ ਟੀਚਰ ਨੇ ਮਿਹਨਤ ਨਾ ਕੀਤੀ ਹੁੰਦੀ ਤਾਂ ਮੈਂ ਅੱਜ ਇੱਥੇ ਨਹੀਂ ਪਹੁੰਚ ਸਕਦਾ ਸੀ। ਇਹ ਸਾਰਾ ਉਹਨਾਂ ਕਰਕੇ ਆ, ਕਿਉਂਕਿ ਪੇਰੈਂਟਸ ਦੀ ਜ਼ਿੰਮੇਵਾਰੀ ਤਾਂ ਹੈ ਪਰ ਇੱਕ ਡਿਫਰੈਂਟ ਰੋਲ ਦੇ ਵਿੱਚ ਹੈ। ਲੇਕਿਨ ਟੀਚਰ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਜੋ ਅਸੀਂ ਦੇਸ਼ ਲਈ ਕਰਨਾ ਚਾਹੁੰਦੇ ਆ, ਜੋ ਦੇਸ਼ ਦਾ ਭਵਿੱਖ ਸਵਾਰਨਾ ਚਾਹੁੰਦੇ ਆ, ਜੋ ਦੇਸ਼ ਕਿਹੋ ਜਿਹਾ ਹੋਣਾ ਚਾਹੀਦਾ ਉਹ ਅਸੀਂ ਇੱਕ ਇਨਸਾਨ ਦੇ ਵਿੱਚ ਜੇ ਪਾ ਦਈਏ ਤਾਂ ਮੈਨੂੰ ਲੱਗਦਾ ਕਿ ਉਹ ਸਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਮੈਂ ਇਹ ਸਮਝਦਾ ਕਿ ਟੀਚਰ ਦੀ ਵੀ ਕਈ ਵਾਰੀ ਸਮੱਸਿਆ ਵੀ ਹੁੰਦੀ ਆ, ਕਈ ਵਾਰੀ ਉਹਨਾਂ ਨੂੰ ਦੂਰ ਵੀ ਜਾਣਾ ਪੈਂਦਾ, ਕਈ ਵਾਰ ਇਹ ਪੋਸੀਬਲ ਨਹੀਂ ਹੋ ਸਕਦਾ ਵੀ ਹਰ ਜਿਹੜਾ ਟੀਚਰ ਆ ਸਭ ਤੋਂ ਨੇੜੇ ਹੋਵੇ। ਬਟ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੋਊਗੀ ਕਿ ਟੀਚਰਸ ਕੰਫਰਟੇਬਲ ਹੋਣ। ਉਹ ਅਸੀਂ ਕਿਸੇ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੇ, ਲੇਕਿਨ ਐਟ ਦਾ ਸੇਮ ਟਾਈਮ ਮੈਂ ਇਹ ਵੀ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਇਹ ਮਿਡ ਸੈਸ਼ਨ ਆ, ਮਿਡ ਸੈਸ਼ਨ ਦੇ ਵਿੱਚ ਨਾ ਇੱਧਰ ਉੱਧਰ ਐਪਲੀਕੇਸ਼ਨਾਂ ਕੋਈ ਕਿਤੋਂ ਭੇਜ ਦਿੰਦਾ, ਕੋਈ ਕਿਤੋਂ ਭੇਜ ਦਿੰਦਾ, ਇਹ ਨਾ ਕੰਮ ਕਰੀਏ। ਆਪਾਂ ਬੱਚਿਆਂ ਨੂੰ, ਕਿਉਂਕਿ ਬੱਚਿਆਂ ਨੂੰ ਆਪਾਂ ਐਜੂਕੇਟ ਕਰੀਏ, ਬੱਚਿਆਂ ਨੂੰ ਪੜ੍ਹਾਈਏ, ਲੇਕਿਨ ਆਉਣ ਵਾਲੇ ਸੈਸ਼ਨ ਤੋਂ ਅਸੀਂ ਸਾਰੇ ਰਲ ਕੇ ਜੋ ਬੈਸਟ ਪੋਸੀਬਲ ਹੋ ਸਕਦਾ, ਕਿਉਂਕਿ ਅਸੀਂ 20,000 ਦੇ ਕਰੀਬ ਲਗਭਗ ਹੋਰ ਟੀਚਰ ਭਰਤੀ ਕਰ ਰਹੇ ਹਾਂ। ਅੱਛਾ, ਇਸੇ ਤਰ੍ਹਾਂ ਹੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਵੀ ਹੋਰ ਭਰਤੀ ਕਰਾਂਗੇ, ਜਾਂ ਜਿਹੜੇ ਹੋਰ ਸਬਜੈਕਟ ਦੇ ਟੀਚਰ ਆ ਉਹ ਵੀ ਭਰਤੀ ਕਰਾਂਗੇ। ਔਰ ਉਹਦੇ ਨਾਲ ਅਸੀਂ ਜਿਹੜਾ ਆ ਹਰ ਤਰ੍ਹਾਂ ਨਾਲ ਸਕੂਲਸ ਨੂੰ ਇਕਵਿਪਡ ਕਰਦੇ ਆ ਤਾਂ ਕਿ ਇਹ ਬੱਚੇ ਜਿਹੜੇ ਆ ਇਹ ਸਾਡੇ ਉਹਨਾਂ ਨੂੰ ਜੋ ਬੈਸਟ ਪੋਸੀਬਲ ਹੈ ਹੋ ਸਕਦਾ ਉਹ ਮਿਲੇ। ਲੇਕਿਨ ਬੱਚਿਓ, ਸਾਡਾ ਸਾਰਿਆਂ ਦਾ, ਤੁਹਾਡਾ ਵੀ ਫਰਜ਼ ਬਣਦਾ, ਕਿਉਂਕਿ ਇਹ ਨਹੀਂ ਹੋ ਸਕਦਾ ਜਦੋਂ ਵੀ ਤੁਸੀਂ ਕਿਸੇ ਦੂਸਰੇ ਹਿਊਮਨ ਬੀਇੰਗ ਤੇ ਕੰਮ ਕਰਨਾ ਹੁੰਦਾ ਤੇ ਉਹਦੇ ਵਿੱਚ ਉਧਰੋਂ ਜੇ ਰਿਸਪੌਂਸ ਨਹੀਂ ਆਉਂਦਾ, ਕਿਉਂਕਿ ਕਾਉਂਸਲਰ ਜਿਹੜੀ ਕੈਰੀਅਰ ਕਾਉਂਸਲਿੰਗ ਹੈ ਇਹ +2 ਤੋਂ ਬਾਅਦ ਨਹੀਂ ਮੈਂ ਸਮਝਦਾ, ਮੈਂ ਤਾਂ ਇਹ ਸਮਝਦਾ ਕਿ 0 ਤੋਂ ਲੈ ਕੇ 8 ਸਾਲ ਜਿਹੜੇ ਆ ਜਾਂ ਰਾਦਰ ਪ੍ਰਾਇਮਰੀ ਜਿਹੜਾ ਉਹ ਜ਼ਿਆਦਾ ਸਭ ਤੋਂ ਇੰਪੋਰਟੈਂਟ ਆ। ਉਦੋਂ ਗਾਂ ਜਿਹੜਾ ਹਾਇਰ ਸੈਕੰਡਰੀ ਤੱਕ ਉਹ ਉਦੋਂ ਵੀ ਇੰਪੋਰਟੈਂਟ ਆ, ਕਿਉਂਕਿ ਉਹਦੀ ਕੰਟੀਨਿਊਟੀ ਹੋਣੀ ਹੁੰਦੀ ਆ। ਸੋ ਇਹਦੇ ਲਈ ਈਵਨ ਕਿ ਤੁਸੀਂ ਜਿਹੜੇ ਛੋਟੇ ਬੱਚਿਆਂ ਨੂੰ ਖੁਦ ਹੀ ਐਜੂਕੇਟ ਕਰੋ, ਜਿਹੜੇ ਤੁਹਾਡੇ ਛੋਟੀਆਂ ਕਲਾਸਿਸ ਦੇ ਵਿੱਚ ਹੈਗੇ ਆ, ਜਿਹੜੇ ਉਦੋਂ ਛੋਟੀਆਂ ਕਲਾਸਿਸ ਦੇ ਵਿੱਚ ਹੈਗੇ ਆ। ਅਸੀਂ ਇੱਕ ਸਕੂਲ ਵੀ ਇੰਟਰੋਡਿਊਸ ਕਰ ਰਹੇ ਆ ਜਿਹਦੇ ਵਿੱਚ ਮੈਂ ਪਿੱਛੇ ਜਿਹਾ ਇੱਕ ਸਲਮ ਏਰੀਆ ਦੇ ਵਿੱਚ ਗਿਆ ਸੀ ਤੇ ਉੱਥੇ ਇੱਕ ਸਕੂਲ, ਉਹਦੇ ਵਿੱਚ ਬੱਚੇ ਜਿਹੜੇ ਸਲਮ ਏਰੀਏ ਦੇ ਬੱਚੇ ਆ ਫਲੂਐਂਟਲੀ ਇੰਗਲਿਸ਼, ਚਾਈਨੀਜ਼, ਜੈਪਨੀਜ਼, ਕੋਰੀਅਨ, 7-8 ਜਿਹੜੀਆਂ ਦੁਨੀਆ ਦੀਆਂ ਲੈਂਗੁਏਜ ਆ ਉਹ ਜਿਹੜੀਆਂ ਉਹ ਪੜ੍ਹਦੇ ਵੀ ਆ ਤੇ ਬੋਲਦੇ ਵੀ ਆ ਤੇ ਪੜ੍ਹਾਉਂਦੇ ਵੀ ਆ ਬੱਚਿਆਂ ਨੂੰ। ਆਪਣੀ ਮਦਰ ਲੈਂਗੁਏਜ ਜਿਹੜੀ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ ਔਰ ਆਉਣੀ ਵੀ ਚਾਹੀਦੀ ਆ, ਕਿਉਂਕਿ ਜਿਹੜੇ ਐਕਸਪ੍ਰੈਸ਼ਨ ਜਿਹੜੇ ਆ ਆਪਾਂ ਆਪਣੀ ਮਦਰ ਟੰਗ ਦੇ ਵਿੱਚ ਦੇ ਸਕਦੇ ਆ, ਸ਼ਾਇਦ ਉਹ ਕਿਸੇ ਹੋਰ ਲੈਂਗੁਏਜ ਦੇ ਵਿੱਚ ਨਹੀਂ ਦੇ ਸਕਦੇ। ਔਰ ਦੁਨੀਆ ਦੇ ਵਿੱਚ ਜੇ ਚਾਈਨਾ ਨੇ ਆਪਣਾ ਲੋਹਾ ਮਨਵਾਇਆ, ਚਾਈਨੀਜ਼ ਪੜ੍ਹ ਕੇ ਮਨਵਾਇਆ, ਅਸੀਂ ਵੀ ਇਹ ਕੋਸ਼ਿਸ਼ ਹੈਗੀ ਆ ਕਿ ਜਿਹੜਾ ਉਹ ਸਿਲੇਬਸ ਆ, ਜਿਹੜੀਆਂ ਉਹ ਚੰਗੀਆਂ ਕਿਤਾਬਾਂ ਆ ਉਹ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਉਹਨੂੰ ਡਿਜੀਟਲਾਈਜ਼ ਕਰਕੇ ਤੇ ਜਿਹੜੀ ਬੱਚਿਆਂ ਤੱਕ ਉਹਦੀ ਪਹੁੰਚ ਹੋਵੇ ਤਾਂ ਕਿ। ਔਰ ਦੂਸਰਾ ਇਹ ਹੈ ਕਿ ਅਸੀਂ ਸਾਰੇ ਐਜੂਕੇਸ਼ਨ ਸਿਸਟਮ ਨੂੰ, ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੈ ਚਾਹੇ ਉਹ ਸਰਕਾਰੀ ਸੈਕਟਰ ਦੇ ਵਿੱਚ ਹੈ, ਇਹਨਾਂ ਨੂੰ ਸਾਰਿਆਂ ਨੂੰ ਕੰਬਾਈਨ ਕਰਕੇ ਇੱਕ ਇਹੋ ਜਿਹਾ ਮਾਹੌਲ ਤਿਆਰ ਕਰੀਏ ਕਿ ਸਾਡਾ ਜਿਹੜਾ ਪੰਜਾਬ ਦਾ ਬੱਚਾ ਆ ਉਹ ਚੰਗੀ ਐਜੂਕੇਸ਼ਨ ਤੇ ਨਰੋਈ ਸੋਚ ਲੈ ਕੇ ਜਿਹੜਾ ਆਪਣੇ ਪੰਜਾਬ ਲਈ ਵੀ ਕੰਟਰੀਬਿਊਟ ਕਰੇ ਔਰ ਆਪਣੇ ਦੇਸ਼ ਲਈ ਵੀ ਕੰਟਰੀਬਿਊਟ ਕਰੇ ਔਰ ਆਪਣੇ ਪਰਿਵਾਰ ਲਈ ਵੀ ਕੰਟਰੀਬਿਊਟ ਕਰੇ। ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਮੌਕੇ ਤੇ ਮੁਬਾਰਕਬਾਦ ਦਿੰਦਾ, ਤੁਹਾਨੂੰ ਬੈਸਟ ਵਿਸ਼ੇਸ ਦਿੰਦਾ। ਔਰ ਮੈਂ ਇਹਦੇ ਨਾਲ ਕਿਉਂਕਿ ਪਿਛਲੇ 3 ਮਹੀਨੇ ਤੋਂ ਜਿਹੜਾ ਨੈਸ਼ਨਲ ਅਚੀਵਮੈਂਟ ਸਰਵੇ ਲਈ ਤੁਸੀਂ ਸਾਰਿਆਂ ਨੇ, ਬੱਚਿਆਂ ਨੇ ਵੀ ਔਰ ਟੀਚਰਸ ਨੇ ਵੀ ਔਰ ਪ੍ਰਿੰਸੀਪਲਸ ਨੇ ਵੀ ਔਰ ਹੈਡਸ ਨੇ ਵੀ ਬਹੁਤ ਮਿਹਨਤ ਕੀਤੀ ਆ। ਆਪਾਂ ਉਹਦੇ ਵਿੱਚੋਂ, ਕਿਉਂਕਿ ਉਹਦੇ ਵਿੱਚ ਆਪਣੀ ਜਿਹੜਾ ਆ ਆਪਣੀ ਅਬਿਲਿਟੀ ਜਿਹੜੀ ਆ ਉਹ ਨੈਸ਼ਨਲ ਲੈਵਲ ਤੇ ਪਤਾ ਲੱਗਣੀ ਆ ਕਿ ਆਪਣੀ ਅਬਿਲਿਟੀ ਕੀ ਹੈਗੀ ਆ। ਉਹਦੇ ਵਿੱਚ ਹਰ ਤਰ੍ਹਾਂ ਦੀ ਇੰਪਰੂਵਮੈਂਟ ਦਾ ਸਕੋਪ ਹੈ ਔਰ ਸਕਾਈ ਇਜ਼ ਦਾ ਲਿਮਿਟ। ਤੁਸੀਂ ਜੋ ਸੋਚ ਲਓ ਜ਼ਿੰਦਗੀ ਦੇ ਵਿੱਚ ਉਹ ਬਣਨਾ ਤੁਸੀਂ ਬਣ ਸਕਦੇ ਆ, ਕਿਉਂਕਿ ਜੇ ਮੇਰੇ ਵਰਗਾ ਇਨਸਾਨ
ਇੱਕ ਨਾਰਮਲ ਘਰ ਤੋਂ, ਕਿਉਂਕਿ ਮੈਨੂੰ ਲੱਗਦਾ ਕਿ 2.5-3 ਏਕੜ ਜ਼ਮੀਨ ਸੀ ਮੇਰੇ ਬਜ਼ੁਰਗ ਦੀ, ਮੈਨੂੰ ਐ ਲੱਗਿਆ ਵੀ ਸ਼ਾਇਦ ਮੇਰੇ ਕੋਲ ਖੇਤੀ ਨਹੀਂ ਹੋ ਸਕਣੀ, ਕਿਉਂਕਿ ਅਨਪੜ੍ਹ ਸੀ ਮਾਂ ਪਿਓ ਦੋਨੇ। ਲੇਕਿਨ ਉਹਨਾਂ ਨੇ ਅਨਪੜ੍ਹਤਾ ਦੇ ਬਾਵਜੂਦ ਵੀ ਮੈਨੂੰ ਉਹਨਾਂ ਟੀਚਰਸ ਤੋਂ ਜਾਂ ਉਹਨਾਂ ਜਿਹੜੇ ਕੋਚਸ ਤੋਂ ਟ੍ਰੇਨਿੰਗ ਕਰਵਾਈ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਸਮਝ ਸੀ ਕਿ ਉਸ ਸਮੇਂ ਨਹੀਂ ਸੀ, ਲੇਕਿਨ ਉਹਨਾਂ ਨੇ ਜਿੰਨੀ ਉਹਨਾਂ ਦੀ ਐਬਿਲਿਟੀ ਸੀ ਉਹਨਾਂ ਨੇ ਉਹਦੇ ਮੁਤਾਬਕ ਮੈਨੂੰ ਜੋ ਬੈਸਟ ਕਰ ਸਕਦੇ ਸੀ, ਕਿਉਂਕਿ ਤੁਹਾਡੇ ਪੇਰੈਂਟਸ ਤੁਹਾਡੀ ਉਹਨਾਂ ਦੀ ਕਪੈਸਿਟੀ ਦੇ ਮੁਤਾਬਕ, ਉਹਨਾਂ ਦੀ ਐਬਿਲਿਟੀ ਦੇ ਮੁਤਾਬਕ ਆਪਣੇ ਬੱਚਿਆਂ ਨੂੰ ਬੈਸਟ ਦਿੰਦੇ ਆ। ਔਰ ਉਹਦੇ ਨਾਲ ਜਦੋਂ ਟੀਚਰਸ ਮਿਹਨਤ ਕਰਦੇ ਆ ਔਰ ਤੁਸੀਂ ਖੁਦ ਮਿਹਨਤ ਕਰਦੇ ਹੋ ਤੇ ਤੁਸੀਂ ਕੋਈ ਵੀ ਮੁਕਾਮ ਜਿਹੜਾ ਆ ਜ਼ਿੰਦਗੀ ਦੇ ਵਿੱਚ ਉਹ ਪਾ ਸਕਦੇ ਹੋ। ਸੋ ਉਹਦੇ ਲਈ ਆਪਣੇ ਕੋਲ ਆਪਸ਼ਨਸ ਬਹੁਤ ਹੈ, ਰਸਤੇ ਬੜੇ ਆ, ਲੇਕਿਨ ਸਾਡਾ ਹਾਂ ਪੱਖੀ ਜਿਹੜਾ ਨਜ਼ਰੀਆ, ਸਾਡੀ ਸੋਚ ਜਿਹੜੀ ਆ ਉਹ ਹਾਂ ਪੱਖੀ ਹੋਣੀ ਚਾਹੀਦੀ ਕਿ ਯੈਸ, ਕਿਉਂਕਿ ਇਹ ਸਪੋਰਟਸ ਤੋਂ ਵੀ, ਮੈਂ ਤਾਂ ਸਮਝਦਾ ਮੇਰੇ ਵਰਗੇ ਨੂੰ ਤਾਂ ਸ਼ਾਇਦ ਸਪੋਰਟਸ ਤੋਂ ਮਿਲੀ, ਕਿਉਂਕਿ ਮੈਂ ਕਦੀ ਇਹ ਸੋਚਿਆ ਨਹੀਂ ਕਿ ਇਹ ਕੰਮ ਨਹੀਂ ਹੋ ਸਕਦਾ। ਯੈਸ ਹੋ ਸਕਦਾ, ਪ੍ਰੋਬਲਮਸ ਹੈਗੀਆਂ, ਲੇਕਿਨ ਪ੍ਰੋਬਲਮਸ ਹੀ ਉਹਦੇ ਤੋਂ ਤਾਂ ਸੋਲਿਊਸ਼ਨਸ ਨਿਕਲਦੇ। ਅਦਰਵਾਈਜ਼ ਜੇ ਪ੍ਰੋਬਲਮ ਨਾ ਹੋਵੇ ਤਾਂ ਫਿਰ ਤੁਸੀਂ ਇਹ ਦੇਖੋ ਨਾ ਜ਼ਿੰਦਗੀ ਹੋਵੇ ਕਿਹੋ ਜਿਹੀ। ਲੇਕਿਨ ਕੁਝ ਪ੍ਰੋਬਲਮਸ ਕ੍ਰੀਏਟ ਕੀਤੀਆਂ ਹੋਈਆਂ, ਪ੍ਰੋਬਲਮ ਜਿਹੜੀਆਂ ਸਾਡੀਆਂ ਸੁਸਾਇਟੀ ਦੀਆਂ ਪ੍ਰੋਬਲਮ, ਸਾਡੀ ਆਦਤਾਂ ਕਰਕੇ, ਕਿਉਂਕਿ ਹਰ ਇਨਸਾਨ ਨੂੰ ਕੁਦਰਤ ਨੇ ਉਨੇ ਜੀਣ ਦਾ ਅਧਿਕਾਰ ਦਿੱਤਾ ਆ ਜਿਹੜਾ ਦੂਸਰੇ ਇਨਸਾਨ ਨੂੰ ਦਿੱਤਾ ਆ। ਸੋ ਕੋਈ ਵੀ ਇਹਦੇ ਵਿੱਚ ਸੁਪੀਰੀਅਰ ਨਹੀਂ ਹੈ, ਕੋਈ ਵੀ ਇਹਦੇ ਵਿੱਚ ਇਨਫੀਰੀਅਰ ਨਹੀਂ ਹੈ। ਤੁਸੀਂ ਇੱਕ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦਈਏ ਆਪਾਂ, ਕਿਉਂਕਿ ਆਪਾਂ ਤਾਂ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਤੇ ਆਪਣਾ ਸਾਰਾ ਕੁਝ ਬੇਸਡ ਹੈਗਾ ਉਹ ਤਾਂ ਇਨਸਾਨੀਅਤ ਦੀ ਗੱਲ ਹੋਈ ਆ ਹਮੇਸ਼ਾ। ਉਹਨੇ ਕਦੀ ਕਿਸੇ ਧਰਮ ਦੀ, ਜਾਤ ਦੀ ਗੱਲ ਤਾਂ ਕਿਤੇ ਬਹੁਤ ਦੂਰ ਦੀ ਗੱਲ ਹੈ। ਇਹ ਤਾਂ ਸਾਡੇ ਆਪਣੇ ਲੋਕਾਂ ਦਾ ਮੈਨੂੰ ਲੱਗਦਾ ਕ੍ਰੀਏਟ ਕੀਤੀ ਹੋਈ ਜਿਹੜੀ ਸਮੱਸਿਆ ਹੈਗੀ ਆ। ਲੇਕਿਨ ਖੇਡਾਂ ਦੇ ਵਿੱਚ ਵੀ, ਕਿਉਂਕਿ ਤੁਹਾਡਾ ਖਿਡਾਰੀ ਚੰਗਾ ਹੋਣਾ ਚਾਹੀਦਾ, ਤੁਹਾਡਾ ਸਾਥੀ ਚੰਗਾ ਹੋਣਾ ਚਾਹੀਦਾ, ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ। ਸੋ ਮੈਨੂੰ ਲੱਗਦਾ ਕਿ ਜੇ ਆਪਾਂ ਸੁਸਾਇਟੀ ਦੇ ਵਿੱਚ ਆਪਣਾ ਰੋਲ ਪਲੇ ਕਰਾਂਗੇ, ਕਿਉਂਕਿ ਇੰਨੇ ਬੱਚੇ, ਇੰਨੇ ਟੀਚਰਸ ਔਰ ਇਹਦੇ ਇੰਨੇ ਘਰ ਜੇ ਆਪਾਂ ਗਿਣ ਲਈਏ, ਕਿਉਂਕਿ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ ਕਿ 3300 ਜਿਹੜੇ ਅੱਜ ਸਕੂਲ ਹੈਗੇ ਆ ਉਹ ਇਸ ਟੈਕਨੋਲੋਜੀ ਦੇ ਜ਼ਰੀਏ ਆਪਾਂ ਇੱਕ ਦੂਸਰੇ ਨਾਲ ਰੂਬਰੂ ਹੋ ਰਹੇ ਆ। ਔਰ ਇਹ ਇੱਕ ਬਹੁਤ ਵੱਡਾ ਜਿਹੜਾ ਪਲੇਟਫਾਰਮ ਹੈ, ਇੱਕ ਬਹੁਤ ਵੱਡਾ ਵੋਲੀਅਮ ਹੈ। ਤੇ ਜੇ ਆਪਾਂ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈਏ, ਮੇਰਾ ਖਿਆਲ ਹੈ ਕਿ ਆਪਾਂ ਪੰਜਾਬ ਲਈ ਬਹੁਤ ਕੁਝ ਜਿਹੜਾ ਆ ਉਹ ਦੁਬਾਰਾ ਸਰਵਾਈਵ ਔਰ ਆਪਣੇ ਪਰਿਵਾਰਾਂ ਨੂੰ ਜਿਹੜਾ ਉਹ ਚੰਗੇ ਪਾਸੇ ਲਿਜਾ ਸਕਦੇ ਆ। ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਜਿੱਥੇ ਮੁਬਾਰਕਬਾਦ ਦਿੰਦਾ, ਇਹ ਇਸ ਵਾਰੀ ਆਪਾਂ ਇਨਸ਼ੋਰ ਕਰਨਾ ਕਿ ਆਪਾਂ ਇਸ ਦੀਵਾਲੀ ਤੇ ਜਿਹੜੀ ਪਟਾਕਿਆਂ ਵਾਲੀ ਗੱਲ ਹੈ, ਕਿਉਂਕਿ ਉਹ ਸਾਊਂਡ ਪੋਲਿਊਸ਼ਨ ਵੀ ਆ ਤੇ ਉਹ ਅਦਰਵਾਈਜ਼ ਪੋਲਿਊਸ਼ਨ ਵੀ ਆ, ਇਹਦੇ ਤੇ ਆਪਾਂ ਹੀ ਨਹੀਂ ਲੇਕਿਨ ਆਪਣੇ ਆਂਢ ਗੁਆਂਢ ਵੀ, ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਇਹ ਸੁਨੇਹਾ ਦੇਣਾ। ਕਿਉਂਕਿ ਜੇ ਇੰਨਾ ਪੋਲਿਊਸ਼ਨ ਹੋ ਜਾਊਗਾ, ਕਿਉਂਕਿ ਹਰ ਸਾਲ 1 ਤੋਂ 1.5 ਡਿਗਰੀ ਜਿਹੜਾ ਆ ਉਹ এনवायरमेंट ਦੇ ਵਿੱਚ ਗਰਮੀ ਆ ਰਹੀ ਆ। ਔਰ ਦੁਨੀਆ ਦੇ ਵਿੱਚ ਕਿਉਂਕਿ ਜਿੰਨੇ ਵੀ ਸਾਡੇ ਗਲੇਸ਼ੀਅਰ ਹੈਗੇ ਆ ਉਹ ਜ਼ਿਆਦਾ ਪਿਘਲ ਰਹੇ ਆ। ਆਉਣ ਵਾਲਾ ਸਮਾਂ ਇਸ ਪੱਖੋਂ ਇਨਸਾਨੀਅਤ ਲਈ ਬਹੁਤਾ ਚੰਗਾ ਨਹੀਂ ਹੈ। ਲੇਕਿਨ ਆਪਾਂ ਕਈ ਵਾਰੀ ਇਹ ਸੋਚਦੇ ਵੀ ਮੇਰੇ ਇਕੱਲੇ ਨਾਲ ਕੀ ਹੋਊ, ਲੇਕਿਨ ਜਦੋਂ ਇੱਕ ਇੱਕ ਕਰਦੇ ਆ, ਇੱਕ ਇੱਕ ਬੂੰਦ ਨਾਲ ਜਿਹੜਾ ਤਲਾਅ ਭਰ ਜਾਂਦਾ। ਸੋ ਸਾਰੇ ਆਪਾਂ ਉਹਦੇ ਹਿੱਸੇਦਾਰ ਆ, ਜ਼ਿੰਮੇਵਾਰੀ ਲਈ ਵੀ ਆਪਾਂ ਉਹਦੇ ਜਿਹੜੇ ਉਹ ਹਿੱਸੇਦਾਰ ਬਣੇ। ਸੋ ਮੈਂ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਔਰ ਮੈਂ ਸੈਕਟਰੀ ਸਾਹਿਬ ਨੂੰ ਔਰ DGSC ਨੂੰ ਜ਼ਰੂਰ ਕਹੂੰਗਾ ਕਿ ਤੁਸੀਂ ਵੀ ਆਪਣੇ ਵੱਲੋਂ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੋ। Sir, before our honorable secretary sir addresses the students, ਅਸੀਂ ਮੇਰੇ ਵੀ ਮਨ ਦੇ ਵਿੱਚ ਔਰ ਬੱਚਿਆਂ ਦੇ ਮਨ ਦੇ ਵਿੱਚ ਵੀ ਬੜੀ ਜਿਗਿਆਸਾ ਆ ਰਹੀ ਹੋਣੀ ਹੈ, ਹੋ ਰਹੀ ਹੋਣੀ ਹੈ ਵੀ ਐਕਚੁਅਲੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਫਿਜ਼ੀਕਲ ਐਜੂਕੇਸ਼ਨ ਦੇ ਨਾਲ, ਸਪੋਰਟਸ ਨਾਲ ਜਿਹੜਾ ਰੁਝਾਨ ਹੈ ਉਹ ਸਾਨੂੰ ਦੇਖਣ 'ਚ ਨਹੀਂ ਮਿਲ ਰਿਹਾ। ਸੋ ਤੁਹਾਡੀ ਜਰਨੀ ਬੇਸਿਕਲੀ ਸ਼ੁਰੂ ਕਿਵੇਂ ਹੋਈ, ਤੁਸੀਂ ਸਪੋਰਟਸ ਨਾਲ ਕਿਵੇਂ ਜੁੜੇ, ਕਿੱਥੇ ਤੁਸੀਂ ਕਿਹੜੇ ਮਕਾਮ ਹਾਸਲ ਕੀਤੇ ਤਾਂ ਜੋ ਸਾਡੇ ਬੱਚੇ ਇਸ ਚੀਜ਼ ਨਾਲ ਮੋਟੀਵੇਟ ਹੋਣ। ਅੱਜ ਬੱਚੇ ਕਿਤਾਬਾਂ ਨਾਲ ਜੁੜ ਗਏ, ਟੈਕਨੋਲੋਜੀ ਨਾਲ ਜੁੜ ਗਏ ਨੇ, ਵੀ ਅੰਡਰਸਟੈਂਡ ਐਂਡ ਤੁਹਾਡਾ ਬਹੁਤ ਵਧੀਆ ਇੱਕ ਸੁਨੇਹਾ ਗਿਆ ਹੈ। ਇਹ ਤਾਂ ਦੇਖੋ ਜਿਹੜੀ ਇਨਸਾਨ ਦੀ ਗਰੋਥ ਹੈ ਉਹ ਦੋਨੇ ਐਸਪੈਕਟ ਨਾਲ, ਫਿਜ਼ੀਕਲ ਨਾਲ ਵੀ ਆ ਤੇ ਮੈਂਟਲ ਨਾਲ ਵੀ। ਸਾਡੇ ਬੱਚੇ ਅੱਜ ਦੀ ਤਰੀਕ 'ਚ ਕਿਉਂਕਿ ਟੈਕਨੋਲੋਜੀ ਬਹੁਤ ਆ ਗਈ, ਇਸ ਐਂਗਲ ਨਾਲ ਤਾਂ ਵੈਲ ਇਕਵਿਪਡ ਹੋ ਗਏ, ਲੇਕਿਨ ਹੌਲੀ ਹੌਲੀ ਅਸੀਂ ਸਿਹਤ ਪੱਖੋਂ ਕਮਜ਼ੋਰ ਹੋ ਗਏ। ਕਿਉਂਕਿ ਮੈਨੂੰ ਯਾਦ ਹੈ ਕਿ ਸਾਡੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਟੀਚਰ ਸੀ ਉਹ ਇੰਨੇ ਕੁ ਡੈਡੀਕੇਟਡ ਸੀ ਕਿ ਸਕੂਲ ਤੋਂ ਪਹਿਲਾਂ, ਕਿਉਂਕਿ ਅੱਜ ਤਾਂ ਇਹ ਵੀ ਮੈਨੂੰ ਸੁਣਨ 'ਚ ਆ ਰਿਹਾ ਵੀ ਜੇ ਅਸੀਂ ਐਕਸਟਰਾ ਪੀਰੀਅਡ ਲੈਣਾ ਹੈਗਾ ਤੇ ਫਿਰ ਸਾਨੂੰ ਉਹਦੀ ਐਕਸਟਰਾ ਪੇ ਵੀ ਚਾਹੀਦੀ ਆ। ਜਦੋਂ ਮੈਂ ਜੇ ਮੰਨ ਲਓ ਸਪੋਜ਼ ਜੇ ਮੈਂ ਇੱਕ
ਮਿਨਿਸਟਰ ਹੀ ਬਣ ਗਿਆ ਤਾਂ ਫਿਰ ਮੈਨੂੰ ਜੇ 18 ਘੰਟੇ ਵੀ ਕੰਮ ਕਰਨਾ ਪੈਂਦਾ, ਜੇ ਮੈਂ 16 ਵੀ ਕਰ ਲੂੰਗਾ, ਮੈਂ ਤਾਂ ਆਉਣ ਲੱਗਾ ਵੀ ਘੰਟਾ ਕੰਮ ਕਰਕੇ ਆਇਆ। ਸੋ ਇਹਦੇ 'ਚ ਬੰਦੇ ਨੇ ਵਧਣਾ ਤਾਂ ਹੈ ਨਹੀਂਗਾ, ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ਾਂ ਤਾਂ ਹੈ ਨਹੀਂ। ਲੇਕਿਨ ਇਹ ਆ ਕਿ ਉਹ ਬੱਚਿਆਂ ਨੂੰ, ਕਿਉਂਕਿ ਮੈਨੂੰ ਯਾਦ ਹੈ ਕਿ ਸਾਡੇ ਜਿਹੜੇ ਹੈੱਡ ਮਾਸਟਰ ਆ ਉਹ ਵੀ ਸਪੋਰਟਸ ਦੇ ਵਿੱਚ ਬਹੁਤ ਇੰਟਰਸਟਡ ਸੀ। ਜਿਹੜੇ ਸਾਡੇ ਡਰਾਇੰਗ ਮਾਸਟਰ ਸੀ ਗਿਆਨ ਚੰਦ ਜੀ, ਉਹ ਵੀ ਸਪੋਰਟਸ ਦੇ ਵਿੱਚ ਇੰਟਰਸਟਡ ਸੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪਹਿਲਾਂ ਹਾਕੀ ਉਹ ਸਾਡੇ ਨਾਲ ਖੇਡਦੇ ਹੁੰਦੇ ਸੀ ਤੇ ਜਦੋਂ ਫਿਰ ਉਹਨੇ ਸਾਨੂੰ ਕੁੱਟਣਾ ਹੁੰਦਾ ਸੀ, ਹਾਕੀ ਪੁੱਠੇ ਪਾਸੋਂ ਫੜਦੇ ਤੇ ਉਹਨਾਂ ਦਾ ਪੱਕਾ ਹੀ ਮਸ਼ਹੂਰ ਸੀਗਾ। ਕਿਉਂਕਿ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਕਿਉਂਕਿ ਅੱਜ ਉਹ ਜ਼ਮਾਨਾ ਨਹੀਂ ਹੈਗਾ, ਲੇਕਿਨ ਐਟ ਦਾ ਸੇਮ ਟਾਈਮ ਅੱਜ ਬੱਚੇ ਸਿਆਣੇ ਇੰਨੇ ਹੈਗੇ ਆ, ਇਹਨਾਂ ਚੀਜ਼ਾਂ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰਤ ਹੈ। ਔਰ ਮੈਂ 17 ਸਾਲ ਦਾ ਸੀ ਜਦੋਂ ਪਹਿਲੀ ਵਾਰੀ ਇੰਡੀਆ ਟੀਮ ਦੇ ਵਿੱਚ ਆਇਆ। ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਹਾਂਗਕਾਂਗ ਜਾਣਾ ਸੀ ਪਹਿਲੀ ਵਾਰੀ 1983 ਦੇ ਵਿੱਚ, ਮੈਂ ਇੰਡੀਆ ਦੀ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਤੇ ਮੇਰੇ ਕੋਲ ਪਾਸਪੋਰਟ ਨਹੀਂ ਸੀਗਾ। ਲੇਕਿਨ ਉਦੋਂ ਟੈਰੋਰਿਜ਼ਮ ਦਾ ਜਿਹੜਾ ਉਹ ਦੌਰ ਸੀ। ਮੈਂ ਉੱਥੋਂ ਦਿੱਲੀ ਤੋਂ, ਕਿਉਂਕਿ ਮੈਂ ਪਾਸਪੋਰਟ ਜਲੰਧਰ ਲੈਣ ਆਉਣਾ ਸੀ, ਮੈਂ ਉੱਥੋਂ ਇੱਕ ਟਰੱਕ ਤੇ ਰਾਤ ਨੂੰ ਹੱਥ ਦੇ ਕੇ ਚੜ੍ਹਿਆ। ਉਹਨੇ ਮੈਨੂੰ ਲੁਧਿਆਣੇ ਰਾਤ ਨੂੰ 2 ਵਜੇ ਲਾ ਦਿੱਤਾ। ਉਹਦੇ ਤੋਂ ਬਾਅਦ ਮੈਂ ਲੁਧਿਆਣੇ ਤੋਂ ਇੱਕ ਹੋਰ ਟਰੱਕ ਤੇ ਚੜ੍ਹਿਆ, ਕਿਉਂਕਿ ਰਾਤ ਦੀ ਬੱਸ ਸਰਵਿਸ ਜਿਹੜੀ ਉਹ ਬੰਦ ਸੀ। ਤੇ ਉਹਦੇ ਤੋਂ ਬਾਅਦ ਮੈਂ ਜਦੋਂ ਜਲੰਧਰ PAP ਚੌਂਕ ਪਹੁੰਚਾ ਤੇ ਉੱਥੇ ਮੇਰਾ ਪਿੰਡ ਮਿੱਠਾਪੁਰ ਹੈ, ਉੱਥੇ ਜਾਣ ਦਾ ਸਾਧਨ ਕੋਈ ਨਹੀਂ ਸੀ। ਲੇਕਿਨ ਮੇਰੇ ਵਾਰਮ-ਅਪ ਸ਼ੂ ਪਾਏ ਸੀ, ਉੱਥੋਂ 7-8 ਕਿਲੋਮੀਟਰ ਸੀ। ਮੈਂ ਸਰਦੀਆਂ ਦੇ ਦਿਨ ਸੀ, ਦਸੰਬਰ ਦਾ ਮਹੀਨਾ ਸੀ ਤੇ ਮੈਂ ਕਿਹਾ ਕਿਉਂ ਨਾ ਚਲੋ ਆਪਾਂ ਸਵੇਰ ਦੀ ਟ੍ਰੇਨਿੰਗ ਵੀ ਤਾਂ ਕਰਨੀ ਸੀਗੀ ਤੇ ਕਿਉਂ ਨਾ ਨੱਠ ਕੇ ਹੀ, ਕਿਉਂਕਿ 7-8 ਕਿਲੋਮੀਟਰ ਮੈਂ ਨੱਠ ਕੇ ਹੀ ਘਰੇ ਚਲੇ ਗਿਆ 5:15 ਵਜੇ। ਤੇ ਮੇਰੀ ਮਾਤਾ ਨੇ ਕੁੰਡਾ ਖੋਲ੍ਹਿਆ, ਚਲੋ ਕਿਉਂਕਿ ਮੈਂ ਪਾਸਪੋਰਟ ਲਿਆ ਤੇ ਸ਼ਾਮ ਨੂੰ, ਕਿਉਂਕਿ ਮੇਰੇ ਕੋਚ ਕਹਿ ਰਹੇ ਸੀ ਵੀ ਜੇ ਸ਼ਾਮ ਨੂੰ ਤੂੰ 3 ਵਜੇ ਤੱਕ ਆ ਗਿਆ ਤੇ ਤਾਂ ਤੈਨੂੰ ਲੈ ਜਾਵਾਂਗੇ, ਨਹੀਂ ਤਾਂ ਹੋਰ ਪਲੇਅਰ ਲੈ ਜਾਵਾਂਗੇ। ਲੇਕਿਨ ਉਹ ਜਿਹੜੀ ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਨਾਰਮਲ ਸਰਕਮਸਟੈਂਸਸ ਦੇ ਵਿੱਚ ਜਲੰਧਰੋਂ ਪਾਸਪੋਰਟ ਲੈ ਕੇ ਵਾਪਸ ਆ ਸਕਦਾ। ਲੇਕਿਨ ਮੈਂ 3 ਵਜੇ ਮੁੜ ਕੇ ਦਿੱਲੀ ਜਿਹੜਾ ਪਾਸਪੋਰਟ ਲੈ ਕੇ ਪਹੁੰਚ ਗਿਆ। ਸੋ ਦੈਟ ਇਜ਼ ਹਾਊ ਮਾਈ ਜਰਨੀ ਇਨਟੂ ਇੰਡੀਅਨ ਟੀਮ ਸਟਾਰਟਡ। ਔਰ ਲੇਕਿਨ ਇਹ ਵੀ ਹੈ ਕਿ ਮੈਂ ਇਹ ਵੀ ਸਮਝਦਾ ਕਿ ਤੁਹਾਡੀ ਲੱਕ ਵੀ ਜਿਹੜੀ ਆ, ਤੁਹਾਡੀ ਕਿਸਮਤ ਵੀ, ਪਰ ਕਿਸਮਤ ਵੀ ਉੱਥੇ ਹੀ ਹੁੰਦੀ ਆ ਜਿੱਥੇ ਤੁਸੀਂ ਖੁਦ ਐਫਰਟ ਕਰਦੇ ਹੋ, ਖੁਦ ਮਿਹਨਤ ਕਰਦੇ ਹੋ। ਸੋ ਉਸ ਐਫਰਟ ਦੇ ਮੈਨੂੰ ਲੱਗਦਾ ਕਿ ਉਹਦੇ ਤੋਂ ਬਾਅਦ, ਕਿਉਂਕਿ ਓਲੰਪਿਕਸ ਆ ਗਈਆਂ, ਉਹਦੇ ਤੋਂ ਬਾਅਦ ਵਰਲਡ ਕੱਪਸ ਆ ਗਿਆ, ਏਸ਼ੀਅਨ ਗੇਮਸ ਆ ਗਈ, ਸੋ ਆਈ ਨੈਵਰ ਲੁੱਕ ਬੈਕ। ਲੇਕਿਨ ਇੱਕ ਨਜ਼ਰੀਆ ਹਮੇਸ਼ਾ ਰਿਹਾ ਕਿ ਜਿਸ ਵੀ ਪ੍ਰੋਫੈਸ਼ਨ ਦੇ ਵਿੱਚ, ਜਿਸ ਵੀ ਫੀਲਡ ਦੇ ਵਿੱਚ ਤੁਸੀਂ ਰਹੋ, ਉਹਦੇ ਵਿੱਚ 100% ਫੋਕਸ, ਉਹਦੇ ਵਿੱਚ ਤੁਹਾਡੀ ਡੈਡੀਕੇਸ਼ਨ, ਜਿੰਨੀ ਵੀ ਤੁਹਾਨੂੰ ਗੱਲ ਸਮਝ ਆਉਂਦੀ ਹੈ, ਜਿੰਨੀ ਵੀ ਤੁਸੀਂ ਆਲੇ ਦੁਆਲੇ ਹੋ, ਕਿਉਂਕਿ ਸੁਸਾਇਟੀ ਦਾ ਹਿੱਸਾ ਕੋਈ ਵੀ ਬੰਦਾ ਕੰਪਲੀਟ ਨਹੀਂ ਹੁੰਦਾ। ਜਦੋਂ ਤੁਸੀਂ ਟੀਮ ਨੂੰ ਨਾਲ ਲੈ ਕੇ ਚੱਲਦੇ ਆ, ਇੰਟੈਲੀਜੈਂਸੀਆ ਹੋਣਾ ਚਾਹੀਦਾ, ਐਗਜ਼ੀਕਿਊਸ਼ਨ, ਔਰ ਉਹਦੇ ਨਾਲ ਐਗਜ਼ੀਕਿਊਟ ਕਰਨ ਲਈ ਤੁਹਾਡੇ ਡਿਸੀਜ਼ਨ ਮੇਕਿੰਗ, ਕਿਉਂਕਿ ਡਿਸੀਜ਼ਨ ਮੇਕਿੰਗ ਵੀ ਬਹੁਤ ਜ਼ਰੂਰੀ ਆ। ਕਿਉਂਕਿ ਕਈ ਮੈਂ ਦੇਖਦਾ ਬੱਚੇ ਜਿਹੜੇ ਆ ਉਹ ਡਿਸੀਜ਼ਨ ਨਹੀਂ ਲੈਂਦੇ। ਕੁਛ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਡਿਸੀਜ਼ਨ ਲਓ, ਜ਼ਿੰਦਗੀ ਦੇ ਵਿੱਚ ਫੈਸਲੇ ਲਓ, ਕਦੀ ਗਲਤ ਵੀ ਹੋਣਗੇ, ਕਦੀ ਠੀਕ ਵੀ ਹੋਣਗੇ, ਲੇਕਿਨ ਹੌਲੀ ਹੌਲੀ ਤੁਸੀਂ ਉਹਨਾਂ ਤੋਂ ਸਿੱਖਦੇ ਆ ਔਰ ਸਿੱਖ ਕੇ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ। ਔਰ ਮੈਨੂੰ ਲੱਗਦਾ ਜਿਹੜੀ ਹਾਕੀ ਕਰਕੇ ਜਿਹੜੀ ਉਹ ਡਿਸੀਜ਼ਨ ਮੇਕਿੰਗ ਆ ਕਿ ਹਾਂ ਵੀ ਇਹ ਬਾਲ ਉੱਥੇ ਜਾਣਾ ਆ ਤੇ ਜਾਣਾ, ਉਹਦੇ ਵਿੱਚ ਟਾਈਮਿੰਗ ਹੈਗੀ ਆ ਤੇ ਹੈਗੀ ਆ, ਉਹਦਾ ਐਕੂਰੇਸੀ ਹੈਗੀ ਆ ਤੇ ਹੈਗੀ ਆ, ਉਹਦੇ ਲਈ ਪ੍ਰੈਕਟਿਸ ਤੋਂ ਬਿਨਾਂ ਹੋਰ ਕੋਈ ਤੁਹਾਡੇ ਕੋਲ ਨਜ਼ਰੀਆ ਨਹੀਂ ਹੈ। ਸੋ ਜ਼ਿੰਦਗੀ ਦੇ ਵਿੱਚ ਜੇ ਤੁਸੀਂ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਜੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ 10,000 ਘੰਟਾ ਇਨਵੈਸਟ ਕਰਦੇ, ਸੋ ਯੂ ਕੈਨ ਬੀ ਜੀਨੀਅਸ ਇਨ ਐਨੀ ਫੀਲਡ। ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਜੀਨੀਅਸ ਬਣ ਸਕਦੇ ਆ। ਸੋ ਆਪਣੇ ਬੱਚਿਆਂ 'ਚ ਪੋਟੈਂਸ਼ੀਅਲ ਬਹੁਤ ਹੈ, ਆਪਣੇ ਈਵਨ ਟੀਚਰਸ ਦੇ ਵਿੱਚ, ਔਰ ਜਿੰਨੇ ਵੀ ਸਾਡੇ ਐਡਮਿਨਿਸਟ੍ਰੇਟਰ ਹੈਗੇ ਆ। ਸੋ ਮੈਨੂੰ ਲੱਗਦਾ ਵੰਸ ਵੀ ਆਰ ਏ ਟੀਮ। ਔਰ ਕਦੀ ਵੀ ਇਸ ਗੱਲ ਲਈ ਬੱਚਿਓ ਕਦੀ ਵੀ ਸੰਗਿਓ ਨਾ, ਕਿਉਂਕਿ ਚਾਹੇ ਕਿਸੇ ਵੀ ਮਾਧਿਅਮ ਰਾਹੀਂ ਮੈਨੂੰ ਜਦੋਂ ਮਰਜ਼ੀ ਦੱਸ ਦਿਓ, ਟੀਚਰ ਜਦੋਂ ਮਰਜ਼ੀ ਦੱਸ ਦੇਣ, ਬਟ ਗੱਲ ਜੈਨੂਨ ਹੋਵੇ, ਗੱਲ ਸੁਸਾਇਟੀ ਦੀ ਹੋਵੇ। ਔਰ ਮੈਨੂੰ ਇਹ ਲੱਗਦਾ ਕਿ ਜਿਹੜਾ ਸਭ ਤੋਂ ਵਧੀਆ ਫੈਸਲੇ ਆ ਉਹ ਜਿੰਨਾ ਨੇੜੇ ਵਾਲੀ ਸੁਸਾਇਟੀ ਲਊਗੀ, ਜਿੰਨੀ ਪਿੰਡ ਦੀ ਪੰਚਾਇਤ, ਜਿੰਨੀ ਸਕੂਲ ਦੀ ਕਮੇਟੀ, ਕਿਉਂਕਿ ਵਿੱਚ ਬਹੁਤ ਲੂਜ਼ ਐਂਡ ਰਹਿ ਜਾਂਦੇ ਆ ਜਦੋਂ ਅਸੀਂ ਕਈ ਵਾਰੀ ਉਹਨੂੰ ਔਨ ਰਿਕਾਰਡ ਲੈ ਕੇ ਆਉਂਦੇ ਆ। ਲੇਕਿਨ ਸਾਡਾ ਕਿਰਦਾਰ ਜਿਹੜਾ, ਕਿਉਂਕਿ ਹਮੇਸ਼ਾ ਕਿਸੇ ਵੀ ਸੁਸਾਇਟੀ ਦਾ ਕਿਰਦਾਰ ਹੀ ਉਸ ਸੁਸਾਇਟੀ ਨੂੰ, ਉਸ ਸੂਬੇ ਨੂੰ, ਉਸ ਦੇਸ਼ ਨੂੰ ਅੱਗੇ ਲੈ ਕੇ ਜਾਂਦਾ। ਮੈਂ ਜਿਹੜੀ ਇਜ਼ਰਾਈਲ ਦੀ ਗੱਲ ਕੀਤੀ ਸੀ, ਉਹ 2 ਸਾਲ ਲਈ ਲੜਕੀਆਂ ਜਿਹੜੀਆਂ ਆਰਮੀ ਦੀ ਟ੍ਰੇਨਿੰਗ ਕਰਦੀਆਂ
3 ਸਾਲ ਲਈ ਲੜਕੇ ਆਰਮੀ ਦੀ ਟ੍ਰੇਨਿੰਗ ਕਰਦੇ ਆ, ਉਹ ਆਪਣੇ ਦੇਸ਼ ਨੂੰ ਆਪਣਾ ਦੇਸ਼ ਸਮਝਦੇ ਆ। ਕਦੀ ਸੋਚ ਕੇ ਦੇਖਿਓ, ਅਸੀਂ ਸਾਰੇ ਇਹ ਸੋਚਦੇ ਆ ਕਿ ਮੈਨੂੰ ਕੀ ਮਿਲਿਆ, ਕਦੀ ਆਪਾਂ ਇਹ ਵੀ ਸੋਚਿਆ ਕਿ ਅਸੀਂ ਪੰਜਾਬ ਨੂੰ ਕੀ ਦਿੱਤਾ, ਅਸੀਂ ਆਪਣੇ ਦੇਸ਼ ਨੂੰ ਕੀ ਦਿੱਤਾ। ਸੋ ਇਸ ਕਰਕੇ ਆਪਾਂ ਇਦਾਂ ਦਾ ਨਜ਼ਰੀਆ ਅਪਣਾਈਏ, ਆਪਾਂ ਆਪ ਵੀ ਗਰੋ ਕਰੀਏ। ਲੇਕਿਨ ਆਪਣੇ ਜਦੋਂ ਸੂਬੇ ਦੀ ਗੱਲ ਆਉਂਦੀ ਆ, ਜਦੋਂ ਦੇਸ਼ ਦੀ ਗੱਲ ਆਉਂਦੀ ਆ, ਸਮੱਸਿਆਵਾਂ ਬਹੁਤ ਹੈਗੀਆਂ, ਲੇਕਿਨ ਫਿਰ ਮੈਂ ਇੱਕੋ ਕਹਿਣਾ ਕਿ ਇਹਨੂੰ ਪੋਜ਼ਿਟਿਵ ਨਜ਼ਰੀਏ ਨਾਲ ਲਈਏ, ਤਾਂ ਕਿ ਇੱਕ ਹਾਂ ਪੱਕੀ ਜ਼ਿੰਦਗੀ ਜਿਹੜੀ ਆ ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਉਚਾਈਆਂ ਤੱਕ ਲੈ ਕੇ ਜਾ ਸਕੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਸੁਣ ਹੀ ਰਹੇ ਹੋਗੇ, ਅਸੀਂ ਇੱਥੇ ਬੈਠੇ ਵੀ ਬਹੁਤ ਮੋਟੀਵੇਟ ਹੋ ਰਹੇ ਹਾਂ। ਸਰ ਦਾ ਜਿਹੜਾ ਸੁਨੇਹਾ ਹੈ ਉਹਦਾ ਨਟਸ਼ੈਲ ਦੇ ਵਿੱਚ ਇੱਕ ਆਪਟਿਮਿਜ਼ਮ ਦਾ ਸੁਨੇਹਾ ਹੈ, ਔਰ ਬਹੁਤ ਸਾਰੇ ਜੇ ਤੁਹਾਡੀਆਂ ਲੂਜ਼ ਐਂਡਸ ਹੈ, ਪ੍ਰੋਬਲਮਸ ਹੈ, ਉਹਨਾਂ ਨੂੰ ਪਲੱਗ ਇਨ ਕਰਨ ਵਾਸਤੇ ਸਾਡੇ ਮਾਣਯੋਗ ਸਿੱਖਿਆ ਮੰਤਰੀ ਜੀ ਨੇ ਇੱਕ ਨੰਬਰ ਵੀ ਤੁਹਾਨੂੰ ਪ੍ਰੋਵਾਈਡ ਕਰਨ ਦੇ ਸਾਨੂੰ ਆਦੇਸ਼ ਪ੍ਰਾਪਤ ਹੋਏ ਹਨ। ਤੁਸੀਂ ਉਹ ਨੰਬਰ ਨੋਟ ਕਰ ਸਕਦੇ ਹੋ, 978000362216। ਆਈ ਰਿਪੀਟ, 9780036216। ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ। ਆਪਣੀਆਂ ਜਿਹੜੀਆਂ ਵੀ ਆ ਰੈਲੇਵੈਂਟ ਪ੍ਰੋਬਲਮਸ ਹੈ ਤੁਸੀਂ ਉਹ ਇਸ ਨੰਬਰ ਤੇ ਸ਼ੇਅਰ ਕਰ ਸਕਦੇ ਹੋ, ਔਰ ਇਹ ਡਾਇਰੈਕਟ ਸਾਡੇ ਮੰਤਰੀ ਜੀ ਕੋਲੇ ਪਹੁੰਚਣਗੀਆਂ। ਇਹ ਨਹੀਂ ਹੈ ਕਿ ਇਟ ਇਜ਼ ਅ ਕਾਈਂਡ ਆਫ ਸਮਥਿੰਗ ਵਿਚ ਵੀ ਆਰ ਟਰਾਈਂਗ ਟੂ ਜਸਟ ਗਿਵ ਯੂ ਅ ਗਲਿੰਪਸ। ਅਸੀਂ ਤੁਹਾਨੂੰ ਇਹ ਦੱਸਣਾ ਚਾਹ ਰਹੇ ਹਾਂ ਇਸ ਪਲੇਟਫਾਰਮ ਦੇ ਰਾਹੀਂ ਕਿ ਜੋ ਸੰਦੇਸ਼ ਤੁਹਾਨੂੰ ਦਿੱਤਾ ਜਾ ਰਿਹਾ ਹੈ, ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਹਨ, ਉਹ ਬਿਲਕੁਲ ਡਾਇਰੈਕਟ ਪਹੁੰਚਣਗੀਆਂ। ਔਰ ਸਾਡਾ ਮੇਨ ਆਬਜੈਕਟਿਵ ਸਿੱਖਿਆ ਵਿਭਾਗ ਵੱਲੋਂ ਤੁਹਾਨੂੰ ਇਹ ਦੱਸਣਾ ਹੈ ਕਿ ਸਾਡੇ ਸਾਰੇ ਪ੍ਰੋਬਲਮਸ ਦਾ ਸੋਲੂਸ਼ਨ ਹੋ ਸਕਦਾ ਹੈ। ਸੋ ਮੈਂ ਬਹੁਤੇ ਸਮਾਂ ਨਾ ਲੈਂਦੀ ਹੋਈ ਹੁਣ ਰਿਕੁਐਸਟ ਕਰਾਂਗੀ ਸਾਡੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਅਜੋਏ ਸ਼ਰਮਾ ਜੀ ਨੂੰ ਕਿ ਉਹ ਦੋ ਸ਼ਬਦ ਕਹਿਣ। थैंक यू सर, थोड़ा बहुत बहुत धन्यवाद। तुसी जो आज स्नेहा दिता है ये बहुत ही मोटिवेटिंग रहा है, और सानू पूरी आस है कि तुहाडी जो तुसी राह दिखा रहे हो उस ते चल के असी डेफिनेटली जो थोड़ा लक्ष्य है उस तक पहुँच पावांगे। मैं सर जो सिट्टा मैंने भी तुहाडे जो वड़मुले सर जो बोल है उन्होंने उन्होंने तो मैं पाया है, मैं दोबारा सारे नाल शेयर करना चाहना। सब तो इंपॉर्टेंट गल जो निकल के आई सर वो है किरदार दी गल। सर आपा आज एजुकेशन जो दे रहे हैं उदा मतलब ये नहीं कि आपा सिंपल बच्चा नू रोजगार लिए तैयार कर रहे हैं। थोड़ी जी पिछले कुछ सालों में ये सोच विच तब्दीली आ गई। पहले जेकर असी गल करिए तो पहले सिक्ख्या का नज़रिया होर हुंदा सीगा। पिछले मैं कहूँगा 7500 साल में ये इदा नज़रिया बदल के आप क्या कि जी ये केवल एक रोजगार का जरिया है। सब तो इंपॉर्टेंट सर किरदार। सर तुसी बिल्कुल ठीक किया, जेकर आप अपने बच्चा का किरदार बना सकते हैं तो ये समाज अपना पंजाब कितों तक कितने पहुँच सकता है। इजराइल कर सकता है, बाकी होर देश कर सकते हैं, तो आप क्यों नहीं कर सकते। तो सब तो इम्पॉर्टेंट मैं यही कहूँगा आज जो जरूरत है वो है कि शिक्षा नू एक माध्यम बनाया जाए अपने बच्चा का किरदार संभालने लिए। बच्चा विच बहुत पोटेंशियल है, जिवें सर ने गल कही कि 10,000 घंटे जेकर किसी भी चीज़ से तुसी लगाओगे। आउटलायर नाम की बुक है जिथे ये सर में जेकर गलत नहीं हो तो जिस ये लिखा है, और उस विच बड़ी रिसर्च के बाद ये किया गया जेकर आप गल करते हैं IQ की गल करते हैं तो ज़्यादातर 90% बच्चा विच वो IQ लेवल कोई 90 क्या 95% बच्चा विच कोई IQ का कोई भी चक्कर नहीं होता। सारे बच्चा की IQ इन्नी होंदी है कि वो बच्चा काफ़ी आगे जा सके। इंपॉर्टेंट है उसको गाइड करने की। सर ने गल की होलिस्टिक डेवलपमेंट की। अपना मकसद सिंपल जोड़ बाकी गुणा भाग ये करवाना नहीं है या अखर की पहचान का नहीं है। आज गल है होलिस्टिक डेवलपमेंट की, जिथे स्पोर्ट्स भी उन्ना ही इंपॉर्टेंट है, कल्चर भी उन्नी इंपॉर्टेंट, अपनी पंजाबी जो सभ्याचार है या जो गेम्स और या खेड़ा है वो भी उन्नी इंपॉर्टेंट है बच्चे के होलिस्टिक डेवलपमेंट करने लिए। तो आज लोड़ है कि आपा सारे जो स्कूलों में जब बच्चे को पढ़ा रहे हैं, असी गल कर रहे थे बच्चा 6 घंटे 6-7 घंटे अपने स्कूलों से रह रहा है, मतलब अपने दिन का ज़्यादातर वक्त स्कूलों विच गुजार रहा है। ये मौका है जिथे आपा बच्चा ते कम करके समाज नू बहुत कुछ दे सकते। सर ने गल कही मुश्किल आंदी है
पर इत्थे जो सोच है मैं बिल्कुल तुम्हारे सामने ये शेयर करना चाहूँगा। जब तो मैंने डिपार्टमेंट ज्वाइन किया है, सर दे नाल आए हैं, जो सोच है बहुत पॉजिटिव है। सोच ये इस पासे है कि कोई भी मुलाजिम है, कोई होर भी है, उन्हों का आप किवें ख्याल रख करके उन्होंने कंफर्टेबल बनाइए सो दैट कि अपने बच्चों पे ज़्यादा तो ज़्यादा कंसंट्रेट कर सकन। नाउ एक होर बात सर ने बहुत वधिया कही, वो टेक्नोलॉजी बारे। आज टेक्नोलॉजी इस मुकाम पे आ गई है, इस थां पे आ गई है कि जो चीज़ पिछले 200 300 500 साल च नहीं हुई, वो 5-10 साल च उस तो वड्डा परिवर्तन आ गया। पर इत्थे एक क्वेश्चन की गल है, कोई भी जो इन्नी पावरफुल जो चीज़ होंदी है वो दोनों पासे जा सकती है। इंपॉर्टेंट ये है कि आपां नूं बच्चों नूं गाइड करना है कि इस तकनीक दा, इस टेक्नोलॉजी दा अपने डेवलपमेंट लिए, पॉजिटिव डेवलपमेंट लिए किवें यूज कर सका। इंटरनेट जेकर आज गल करिए, हर तरह की इंफॉर्मेशन उत्थे है। बच्चा उस इंफॉर्मेशन के जाल च फस के अपने आप को खराब भी कर सकता है, पर जेकर उसनूं गाइडेंस मिलती है तो डेफिनेटली अज जो असी गल करते हैं कि डिफरेंट कल्चरस नाल, सर ने जिवें गल की कि न्यूजीलैंड गए, हॉलैंड गए या बाकी होर सब कंट्रीज में जाके उन्होंने कल्चर तो बहुत सीखिया। अज इंटरनेट या टेक्नोलॉजी आपां नूं वो सब सिखा सकती है। इंपॉर्टेंट है आपां बच्चा नूं सही राह ते जाण दी प्रेरणा दईए, आपां उन्हां नूं सिखाइए कि किवें तुसी क्या करके किवें तुसी आगे बढ़ सकते हो। नाल ही नाल गल आई सभ्यता दी, अपने सभ्याचार दी, अपने पंजाबी कल्चर दी। अज गल ये हो गई है कि ना असी आपां पंजाबी ठीक से कर पा रहे हैं, ना आप इंग्लिश वाले पास जा रहे हैं, जबकि दोनों नाल चल सकती है। देयर इज नो कन्फ्लिक्ट, कोई नहीं है। आप जेकर अपनी मातृभाषा नूं सिखाने लिए प्रेरित करिए, जेकर बच्चे नूं उन्होंने दसीए कि जी इस विच जेकर आप कर सकते हैं, हाँ इसनूं आप यूज करते हैं, इसनूं सीखते हैं चंगी तरीके नाल, दैन वो हेल्प करती है बाकी दूजी भाषा सीखण च। तुहाडा जो ये सोच का नज़रिया है, सोच है, वो अपनी मातृभाषा नाल बहुत डेवलप होती है। तो जो आप गल कर रहे हैं कि पंजाबी सबजैक्ट नूं बिल्कुल आप दूजे दर्जे का सबजैक्ट ना मान के, ये बहुत इंपॉर्टेंट है। ये असी इमोशनल गल नहीं कर रहे हैं, ये साइंटिफिक चीज़ है। जेकर बच्चे की सोच आप डेवलप कर सकते हैं अपनी मातृभाषा में, वो दूसरी चीज़ भी चंगा करेगा। आप देखते हैं किन्ने बुला रहे हैं, टीवी ते भी देखते हैं, अंग्रेजी च भी उन्नी चंगी बोलता है जिन्ना पंजाबी च या हिंदी च। सो आप इससे जोड़ दईए। इसके अलावा स्पोर्ट्स वाला जो गल है, सर ने जिवें कहा कि एक बहुत ही बड़े ढंग नाल एक इंटीग्रेटेड वे में असी इसनूं लेके आ रहे हैं। स्पोर्ट्स बहुत इंपॉर्टेंट है, क्योंकि जब तक टीम बिल्डिंग ते कोलैबोरेशन वाले जो चीज़ जेकर बच्चा च नहीं आएगी, समाज आगे नहीं जा सकता। आज जो कमी लगती है, आज टेक्नोलॉजी का जो मैं नेगेटिव वाला जो गल कर रहा पासा, वो ये है कि बच्चा अपने तक ही सीमित रह गया। ये स्पोर्ट्स है ते कल्चरल एक्टिविटीज़ बाकी जो टीम च काम कर सकती है, वो है जो कि बच्चे नूं समाज नाल जोड़ेगी। बच्चा एक टीम वर्क विच बड़ी चंगिया गल्लां सीखेगा, एक दूसरे का सहयोग सीखेगा, 1 और 1 11 किवें होंदे वो सीखेगा। सो इन्हीं शब्दां नाल सर मैं तुहाडा एक बार फिर धन्यवाद करदा कि तुसी जो क्या है उहदे नाल डेफिनेटली बहुत सीख साडे अध्यापकों को मिली है, बच्चों को मिली है, मोटिवेशन मिला है। एंड डेफिनेटली तुहाडा जो लक्ष्य है या तुहाडा जो विजन है, डेफिनेटली असी सारा मिल के डिपार्टमेंट उस वल काम करेगा। धन्यवाद सर। सो बच्चों, अज असी जिस स्पैशल प्रोग्राम दे विच इस महान हस्तियां ਦੀਆਂ ਗੱਲਾਂ सुन रहे हैं, ਤੇ ਤੁਹਾਡੇ ਨਾਲ ਮੈਂ ਇੱਕ ਨੰਬਰ ਵੀ ਸ਼ੇਅਰ ਕੀਤਾ ਸੀ ਹੁਣੇ, ਜਿਹੜਾ ਮੈਂ ਰਿਪੀਟ ਕਰਦੀ ਹਾਂ 9780036216। ਇਹ ਜਿਹੜਾ ਨੰਬਰ ਹੈ ਬੱਚਿਓ, ਇਹ ਤੁਹਾਡੇ ਲਈ ਵੀ ਹੈ, ਟੀਚਰਸ ਲਈ ਵੀ ਹੈ, ਪ੍ਰਿੰਸੀਪਲਸ ਲਈ ਵੀ ਹੈ। ਬਟ ਹੈਵਿੰਗ ਸੈਡ ਦਿਸ, ਨੋਵੇਅਰ ਮੀਨਸ ਕਿ ਤੁਸੀਂ ਸਿਰਫ ਇਸ ਤੇ ਆਪਣੀਆਂ ਪ੍ਰੋਬਲਮਸ ਹੀ ਦੱਸਣੀਆਂ ਨੇ। ਤੁਸੀਂ ਸਾਨੂੰ ਆਪਣੇ ਸੁਝਾਅ ਦਿਓ, ਉਹਨਾਂ ਪ੍ਰੋਬਲਮਸ ਦਾ ਸੋਲੂਸ਼ਨ ਦਿਓ, ਤਾਂ ਅਸੀਂ ਇਸ ਨੂੰ ਬਹੁਤ ਵੈਲਕਮ ਕਰਾਂਗੇ।
ਤਾਂ ਜੋ ਕਿ ਅਸੀਂ ਤੁਹਾਡੇ ਨਾਲ ਬਿਹਤਰ ਕੰਮ ਕਰਨ ਵਾਸਤੇ ਹੀ ਇਸ ਮੰਚ ਤੇ ਇਕੱਠੇ ਹੋਏ ਹਾਂ। ਸੋ ਇਸ ਨੰਬਰ ਦਾ ਮਕਸਦ ਇਸ ਤੇ ਕਾਲ ਨਹੀਂ ਹੋ ਸਕਦੀ ਹੈ। ਸੋ ਯੂ ਕੈਨ ਗਿਵ ਯੋਰ WhatsApp, ਆਪਣਾ ਮੈਸੇਜ ਤੁਸੀਂ ਬੱਚਿਓ ਕਰ ਸਕਦੇ ਹੋ, ਪ੍ਰਿੰਸੀਪਲਸ, ਟੀਚਰਸ। ਅਸੀਂ ਵੈਲਕਮ ਇਹ ਕਰਾਂਗੇ ਕਿ ਨਾ ਸਿਰਫ ਤੁਸੀਂ ਪ੍ਰੋਬਲਮਸ ਸ਼ੇਅਰ ਕਰੋ, ਆਈ ਰਿਪੀਟ, ਤੁਸੀਂ ਸਾਨੂੰ ਇਹਦੇ ਨਾਲ ਇੱਕ ਸੁਝਾਅ ਦਿਓ ਵੀ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਅੱਗੇ ਵਧੀਏ ਐਜੂਕੇਸ਼ਨ ਦੇ ਨਾਲ। ਸੋ ਹੁਣ ਮੈਂ ਆਪਣੇ ਮਾਨਯੋਗ DGSE ਸਰ ਪ੍ਰਦੀਪ ਅਗਰਵਾਲ ਜੀ ਨੂੰ ਰਿਕੁਐਸਟ ਕਰਾਂਗੀ ਕਿ ਉਹ 2 ਸ਼ਬਦ ਆਫ ਥੈਂਕਸ ਜ਼ਰੂਰ ਕਹਿਣ ਆਪਣੇ ਸਿੱਖਿਆ ਮੰਤਰੀ ਜੀ ਤੇ ਸਿੱਖਿਆ ਸਕੱਤਰ ਜੀ ਤੇ ਪ੍ਰਿੰਸੀਪਲਸ। मैं धन्यवाद करना चाहवागा अपने सिक्ख्या मंत्री सरदार प्रगट सिंह जी का। उन्होंने अपने बड़मूले विचार जोड़े हैं अपने स्कूल के प्रिंसीपल साहिबान, टीचर साहिबान ते बच्चों के नाल साझे किए हैं। तो उन्होंने अपनी जर्नी जी है वो बारे दसिया भी है कि किवें उन्होंने टफ कंडीशनस तो उठ के स्पोर्ट्स को अपना माध्यम बना के ये जो अज मुकाम हासिल किया है उस मुकाम को किवें हासिल किया। अपने जिंदगी जिहड़ियां चीज़ां उन्होंने वो सीखियां हैं वो भी बच्चों के नाल साझी कीतियां हैं। उन्होंने अपना विजन जिहड़ा है एजुकेशन महकमे के वास्ते वो भी साझा किया है कि किवें बच्चे एजुकेशन के नाल नाल होर भी चीज़ां जिहड़ियां हैं उन्होंने अपना के ओवरऑल डेवलपमेंट जिहड़ा है अपना करन और इंटीग्रेट पर्सनैलिटी डेवलपमेंट करके किवें अपनी फ्यूचर दे विच अचीवमेंट जिहड़ियां हैं वो हासिल कर सकते हैं। तो नाल ही नाल मैं धन्यवाद करना चाहांगा अपने स्कूल सकत्तर साहब श्री अजय शर्मा जी का, जिन्होंने कि एजुकेशन डिपार्टमेंट अगे की करन जा रहा है, किस तरीके नाल असी ओवरऑल डेवलपमेंट करने के वास्ते लगांगे वो बारे सारिਆਂ ਦੇ ਨਾਲ अपनी गल्लां ਜਿਹੜੀਆਂ हैं साझा कीतियां हैं। मैं इस प्लेटफॉर्म को इस वास्ते भी यूज़ करना चाहांगा जी कि मैं इनफैक्ट इस डिपार्टमेंट पहला भी 4-5 साल पहला रहा सीगा और अज मैं दोबारा इत्थे ज्वाइन किया है। तो जो पिछले 4-5 सालों कम हुए हैं उन्होंने देख के भी मैं सारे के सारे प्रिंसीपल साहिबान, स्कूल एडमिनिस्ट्रेटर जोड़े हैं, टीचर्स जोड़े हैं, उन्होंने का भी धन्यवाद करना चाहांगा कि अपनी स्कूल का जो इंफ्रास्ट्रक्चर है, जी नुहार हैगी स्कूलों की वो काफ़ी चेंज हुई है पिछले 4-5 सालों के। और ये सारा का सारा सफल तां ही होया है कि जिन्ना एक डिपार्टमेंट वालों किया गया है उस तो वध जिहड़ा काम हैगा स्कूल के प्रिंसीपल्स, टीचर्स वालों किया गया है। तो ये मैं उम्मीद करदा कि अगे भी आने वाले समय के विच भी ये जिहड़ी मुहिम हैगी, जिहड़ी ये एक्टिविटियां चालू कीतियां हैगियां वो असीं बरकरार रखांगे। आने वाले समय के विच जिहड़ा NES का एग्जाम होने जा रहा है साडा 12 नवंबर का, असीं अपनी तरफों भी और मैंने उम्मीद भी हैगी कि सारे प्रिंसीपल साहिबान, टीचर साहिबान इस दे विच लगे हुए हैं, बच्चे भी लगे हुए हैं, असीं चंगे रिजल्ट जिहड़े हैगे नेशनल पद्धर ते लेके आवांगे और सूबे का नाम रोशन करांगे। मैं सारिਆਂ ਦਾ धन्यवाद। सर असी हले भी इजाज़त सानू नहीं दे रहे साडे बच्चे और साडे टीचर साहबान के असी इस प्लेटफॉर्म नू छोड़िए और असी जिहड़ा नंबर दिता सी सर उस ते रिस्पॉन्सिस आने शुरू हो गए हैं, जिवें कि मैं बड़ी खुशी नाल शेयर करना चाहती हाँ। मनदीप कौर इंग्लिश टीचर है सर पट्टी तरन तारण तो, जिन्होंने WhatsApp किया है और उन्होंने वादा किया है भी जिहड़ा भी तुसीं उन्हां नू मैसेज दिता है हुणे ऑप्टिमिज्म दा, डेडिकेशन दा, उसनू बिल्कुल एज पर योर गाइडेंस डेडिकेशन नाल काम करेंगे। सुखराज सिंह बाजवा हैं सर साइंस टीचर हुशियारपुर तो, इन्हां दा WhatsApp आया है पर इन्हां दी एक छोटी जी रिक्वेस्ट है कि खुद ये हॉकी खिडारी रहे हैं और ये हॉकी विंग मांग रहे हैं सर कि ब्लॉक्स दे विच हॉकी नू प्रमोट करन लई किधरे डिस्ट्रिक्ट लैवल ते, किधरे ब्लॉक लैवल ते कोई ना कोई इदा एक उपराला किया जाए जिहदे नाल इस स्पोर्ट नू अगे लैके जाया जाए। बिकॉज क्रिकेट तो असीं सब जानते हैं भी सारिਆਂ ਦੀ फेव है, बट दैन हॉकी के वास्ते उन्होंने सर स्पैशल रिक्वेस्ट आया। एक हाँ साढ़े कोले सर AS रहन, इन्हों का हाले जिला मैनू क्लीयर नहीं है, बट दैन इन्होंने सर बहुत बहुत ही अच्छा इंटरस्टिंग सजेशन दिता। ये कहते हैं कि बच्चों के विच तां चलो असी जरूर मोटिवेट करांगे, क्यों ना कर्मचारियों विचकार खेडा कराने का एक मंग उन्होंने उन्होंने वालों आई है भी एक कॉम्पीटिशन या एक हैल्दी पार्टिसिपेशन फिटनेस वास्ते टीचर और जिहड़े अपने प्रिंसीपल साहबान हैं इन्हां विच इज़ अ स्पोर्ट एक्टिविटी भी जिहदे नाल बच्चे भी मोटिवेट होणगे ते फिटनेस वाल भी चलणगे। सो ये एक बड़ा अच्छा सर सजेशन साडे कोले आया है। नवदीप जी होर आया साडे कोले कुछ? प्रदीप सिंह राणा SS मास्टर पटियाला। सो इन्हां दा भी रिक्वेस्ट सानू यही आया है कि ये बहुत ही इन्होंने अपने समय दे विच संघर्ष किया है स्पोर्ट्स के लिए। तो सारिया रिक्वेस्ट सर अज स्पोर्ट्स वास्ते ज़्यादा आ रही ने क्योंकि आई थिंक एवरीबडी इज़ अवेयर ऑफ द ग्लोरीअस एरा दैट यू आर लिविंग
ਤਾਂ ਉਹਨਾਂ ਨੂੰ ਪਤਾ ਹੈ ਵੀ ਤੁਹਾਡਾ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ, ਫਿਟਨੈਸ ਦੇ ਨਾਲ, ਡਾਈਟ ਦੇ ਨਾਲ ਤੁਸੀਂ ਬਹੁਤ ਇਹਨਾਂ ਨੂੰ ਵਧੀਆ ਗਾਈਡੈਂਸ ਦਿੱਤੀ ਹੈ। ਤਾਂ ਉਹ ਕਹਿੰਦੇ ਹਨ ਵੀ ਪਲੀਜ਼ ਤੁਸੀਂ ਸਰ ਪੰਜਾਬ ਨੂੰ ਪੁਰਾਣੇ ਹੀ ਉਸ ਸਮੇਂ ਵਿੱਚ ਲੈ ਕੇ ਜਾਓ ਜਦੋਂ ਖਿਡਾਰੀ ਸਰ ਇੱਕ ਪੀਪਾ ਘਿਓ ਦਾ ਪੀ ਕੇ ਤੇ 4-4 ਕਿਲੋਮੀਟਰ ਬਿਨਾਂ ਸਾਹ ਚੜਾਏ ਤੁਰ ਜਾਂਦੇ ਸੀ, ਦੌੜਦੇ ਸੀ। ਡੈਫੀਨੇਟਲੀ ਆਪਾਂ ਇਹ ਸਾਰੇ ਮਿਲ ਕੇ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਸਮੱਸਿਆ, ਈਵਨ ਕਿ ਜਿਹੜੇ ਸਾਡੇ ਸਟਾਫ ਮੈਂਬਰ ਹੈ, ਸਾਡੇ ਟੀਚਰ ਹੈ, ਸਾਡੇ ਹੋਰ ਸਟਾਫ ਹੈ, ਉਹਨਾਂ ਨੂੰ ਕੋਈ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਐਕਟੀਵਿਟੀ ਲਈ ਕੋਈ ਰੋਕਦਾ ਹੋਵੇ। ਸੋ ਗੱਲ ਤਾਂ ਇਨੀਸ਼ੀਏਟਿਵ ਲੈਣ ਦੀ ਹੈ। ਮੈਨੂੰ ਲੱਗਦਾ ਇਹ ਇਨੀਸ਼ੀਏਟਿਵ ਤਾਂ ਡਿਪਾਰਟਮੈਂਟ ਵੱਲੋਂ ਅਗਰ ਕੋਈ ਡਾਇਰੈਕਸ਼ਨ ਦੀ ਜ਼ਰੂਰਤ ਹੈਗੀ ਆ ਉਹ ਵੀ ਅਸੀਂ ਕਰ ਲੈਂਦੇ ਹਾਂ, ਲੇਕਿਨ ਮੈਨੂੰ ਲੱਗਦਾ ਇਸ ਗੱਲ ਲਈ ਤਾਂ ਕਿਸੇ ਨੂੰ ਕੋਈ ਬੰਦਿਸ਼ ਹੀ ਹੈ ਨਹੀਂ। ਲੇਕਿਨ ਅਸੀਂ ਜ਼ਰੂਰ ਡੈਫੀਨੇਟਲੀ ਜਿਹੜਾ ਸਕੂਲਸ ਦੇ ਵਿੱਚ ਟ੍ਰੇਨਿੰਗ ਇਨਫਰਾਸਟਰਕਚਰ ਔਰ ਟ੍ਰੇਨਿੰਗ ਇਕਵਿਪਮੈਂਟ ਇਹਨਾਂ ਦੀਆਂ ਕਮੇਟੀਜ਼ ਦੇ ਥਰੂ ਹੀ ਦੇਵਾਂਗੇ ਤਾਂ ਕਿ ਜਿਹੜੇ ਬੱਚੇ ਆ ਉਹ ਇਕਵਿਪਮੈਂਟ ਉਹਨਾਂ ਨੂੰ ਮਿਲ ਸਕੇ, ਕਿਉਂਕਿ ਇਹ ਜਿਹੜੀਆਂ ਖੇਡਾਂ ਹੈਗੀਆਂ ਇਹਨਾਂ ਨੂੰ ਆਪਾਂ ਸਿਹਤ ਪੱਖੋਂ ਜਿਹੜਾ ਉਭਾਰ ਸਕੀਏ। ਲੇਕਿਨ ਉਹਦੇ ਨਾਲ ਨਾਲ ਪੜ੍ਹਾਈ ਜਿਹੜੀ ਹੈ ਉਹ ਵੀ ਉਨੀ ਹੀ ਜ਼ਰੂਰੀ ਆ, ਉਨੀ ਹੀ ਇੰਪੋਰਟੈਂਸ ਰੱਖਦੀ ਆ, ਰਾਦਰ ਉਦੋਂ ਵੱਧ ਇੰਪੋਰਟੈਂਸ ਰੱਖਦੀ ਆ, ਕਿਉਂਕਿ ਜਦੋਂ ਤੁਹਾਡਾ ਇੰਟੈਲੀਜੈਂਸ ਜਾਂ ਤੁਹਾਡਾ ਮਾਈਂਡ ਕੰਮ ਕਰਦਾ ਉਹ ਬਾਡੀ ਨੂੰ ਮੈਸੇਜ ਦਿੰਦਾ ਹੈਗਾ, ਜੋ ਮੈਸੇਜ ਆਉਣਾ ਬਾਡੀ ਨੇ ਤਾਂ ਉਹ ਕੈਰੀ ਫੋਰਵਰਡ ਕਰਨਾ। ਸੋ ਇਹਦਾ ਮਤਲਬ ਇਹ ਹੋਇਆ ਕਿ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਆ ਉਹ ਇੱਕ ਬੈਟਰ ਇਨਸਾਨ ਬਣਾਉਣ ਦੇ ਵਿੱਚ ਮਦਦ ਕਰਦਾ। ਸੋ ਆਪਾਂ ਲੈਟ ਅਸ ਵਰਕ ਟੂਗੈਦਰ ਤੇ ਆਪਾਂ ਪੰਜਾਬ ਜਿਹੜਾ ਨਰੋਈ ਸੋਚ ਤੇ ਨਰੋਈ ਸਿਹਤ ਲਈ ਜਾਣਿਆ ਜਾਂਦਾ ਉਹਦੇ ਤੇ ਦੁਬਾਰਾ ਜਿਹੜਾ ਖਰੇ ਉਤਰ ਸਕੇ। ਸੋ ਇੱਕ ਬੱਚੋ ਤੁਹਾਡੇ ਲਈ ਇੱਕ ਹੋਰ ਅਨਾਉਂਸਮੈਂਟ ਹੈ, ਤੁਹਾਨੂੰ ਇੱਕ ਗੂਗਲ ਫਾਰਮ ਜਿਹੜਾ ਸ਼ੇਅਰ ਕੀਤਾ ਜਾਏਗਾ ਅੱਜ ਤੁਹਾਡੇ ਟੀਚਰਸ ਦੇ ਫੋਨ ਤੇ ਉਸ ਗੂਗਲ ਫਾਰਮ ਦੇ ਲਿੰਕ ਦੇ ਵਿੱਚ ਜਿਹੜਾ ਸ਼ੇਅਰ ਕੀਤਾ ਜਾਏਗਾ ਤੁਸੀਂ ਆਪਣਾ ਮੈਸੇਜ ਉੱਥੇ ਵੀ ਛੱਡ ਸਕਦੇ ਹੋ। ਸੋ ਉਹਦੇ ਵਿੱਚ ਵੀ ਸਾਨੂੰ ਆਪਣੇ ਸੁਝਾਅ ਜ਼ਰੂਰ ਦਿਓ ਔਰ ਸਿੱਖਿਆ ਮਹਿਕਮੇ ਵੱਲੋਂ ਤੁਹਾਡਾ ਇਹ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੈ ਅਸੀਂ ਉਸ ਵਿੱਚ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਵਿਦ ਅ ਵਿਸ਼ ਆਫ ਹੈਪੀ ਐਂਡ ਅ ਗ੍ਰੀਨ ਦੀਵਾਲੀ। ਥੈਂਕ ਯੂ ਵੈਰੀ ਮਚ। ਥੈਂਕ ਯੂ।